ਸਤਨਾਮ ਵਾਹਿਗੁਰੂ ਸਾਹਿਬ ਜੀ। ਸਾਰੰਗ ਮਹਿਲਾ ਪੰਜਵਾਂ। ਅਬ ਮੋਹਿ ਧਨ ਪਾਇਓ ਹਰ ਨਾਮਾ, ਭੈ ਅਚਿੰਤ ਤ੍ਰਿਸ਼ਨ ਸਭ ਬੁਝੀ ਹੈ। ਇਹ ਲਿਖਿਓ ਲੇਖ ਮਥਾਮਾ, ਅਬ ਮੋਹਿ ਧਨ ਪਾਇਓ ਹਰ ਨਾਮਾ। ਭੈ ਅਚਿੰਤ ਤ੍ਰਿਸ਼ਨ ਸਭ ਬੁਝੀ ਹੈ। ਇਹ ਲਿਖਿਓ ਲੇਖ ਮਥਾਮਾ। ਰਹਾਉ ਖੋਜਤ ਖੋਜਤ ਭਇਓ ਬੈਰਾਗੀ, ਫਿਰ ਆਇਓ ਦੇਹ ਗਿਰਾਮਾ। ਗੁਰ ਕਿਰਪਾਲ ਸੌਦਾ ਇਹ ਜੋਰਿਓ, ਹੱਥ ਚਰਿਓ ਲਾਲ ਅਗਾਮਾ। ਆਨ ਵਪਾਰ ਬਣਜ ਜੋ ਕਰੀਐ ਹੈ, ਤੇਤੇ ਦੁਖ ਸਹਾਮਾ। ਗੋਬਿੰਦ ਭਜਨ ਕੇ ਨਿਰਭੈ ਵਾਪਾਰੀ, ਹਰ ਰਾਸ ਨਾਨਕ ਰਾਮ ਨਾਮਾ। ਆਨ ਵਪਾਰ ਬਨਜ ਜੋ ਕਰੀਐ ਹੈ, ਤੇਤੇ ਦੁਖ ਸਹਾਮਾ। ਗੋਬਿੰਦ ਭਜਨ ਕੇ ਨਿਰਭੈ ਵਾਪਾਰੀ, ਹਰ ਰਾਸ ਨਾਨਕ ਰਾਮ ਨਾਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਬ ਕਲਾ ਸਮਰੱਥ ਸਤਿਗੁਰੂ ਜੁਗੋ ਜੁਗ ਅਟਲ, ਚਬਰ ਛਤਰ ਤਖਤ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਏਮਾਨ ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਪਰਮ ਪਿਤਾ ਵਾਹਿਗੁਰੂ ਜੀ ਦੀ ਬਖਸ਼ਿਸ਼ ਸਦਕਾ ਅੰਮ੍ਰਿਤ ਵੇਲੇ ਗੁਰੂ ਕੇ ਦਰਸ਼ਨ ਦੀਦਾਰ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਗੁਰੂ ਗੋਦ ਵਿੱਚ ਬੈਠ ਕੇ ਗੁਰਬਾਣੀ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਗੁਰੂ ਕੇ ਕੀਰਤਨੀਆਂ ਨੇ ਅੰਮ੍ਰਿਤ ਬਾਣੀ ਦੇ ਕੀਰਤਨ ਦੇ ਰਾਹੀਂ ਆਪ ਜੀ ਨੂੰ ਪਰਮ ਪਿਤਾ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੋੜਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਵਿਚਾਰ ਜੋ ਆਪ ਜੀ ਹਰ ਰੋਜ਼ ਸਰਵਣ ਕਰਦੇ ਹੋ, ਉਸ ਦੇ ਨਾਲ ਸੰਬੰਧਿਤ ਸਤਿਗੁਰੂ ਜੀ ਦੇ ਇਹ ਪਾਵਨ ਬਚਨ ਆਪ ਜੀ ਸਾਰੰਗ ਰਾਗ ਵਿੱਚੋਂ ਸਰਵਣ ਕਰ ਰਹੇ ਸੀ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਸ ਪਾਵਨ ਮੁਖ ਵਾਕ ਦੇ ਰਾਹੀਂ ਸਾਨੂੰ ਜੀਵਨ ਨੂੰ ਇਹ ਗਿਆਨ ਪ੍ਰਦਾਨ ਕੀਤਾ ਹੈ ਕਿ ਅਸੀਂ ਜ਼ਿੰਦਗੀ ਦੇ ਅੰਦਰ ਨਿਰਭਉ ਕਿਵੇਂ ਹੋ ਸਕਦੇ ਹਾਂ। ਮਨੁੱਖ ਜ਼ਿੰਦਗੀ ਦੇ ਅੰਦਰ ਨਿਰਭਉ ਹੋਣ ਦੇ ਲਈ ਸੋਚਦਾ ਹੈ ਕਿ ਮੇਰੇ ਕੋਲ ਦੁਨੀਆ ਦੀ ਦੌਲਤ ਬਹੁਤ ਹੋਏਗੀ ਤੇ ਮੈਨੂੰ ਕੋਈ ਕਿਸੇ ਦਾ ਡਰ ਨਹੀਂ ਰਹੇਗਾ। ਧਨ ਦੌਲਤ ਆ ਜਾਂਦੀ ਹੈ, ਪਰ ਉਹਦੇ ਨਾਲ ਚਿੰਤਾਵਾਂ ਬੜੀਆਂ ਆ ਜਾਂਦੀਆਂ ਨੇ। ਮਨੁੱਖ ਇਹ ਵੀ ਸੋਚਦਾ ਕਿ ਬਹੁਤ ਰੁਤਬੇ ਹੋਣਗੇ, ਵਪਾਰ ਹੋਣਗੇ, ਸ਼ਾਇਦ ਮੇਰੀ ਜ਼ਿੰਦਗੀ ਅੰਦਰੋਂ ਫਿਕਰ ਮੁੱਕ ਜਾਣਗੇ। ਪਰ ਇਹ ਸਭ ਕੁਝ ਹੁੰਦਿਆਂ ਵੀ ਮਨੁੱਖ ਫਿਕਰਾਂ ਦੇ ਵਿੱਚ ਘਿਰਿਆ ਰਹਿੰਦਾ ਹੈ। ਦਰਅਸਲ ਇਹ ਦੁਨੀਆ ਦੀ ਦੌਲਤ, ਇਹ ਦੁਨੀਆ ਦੇ ਰੁਤਬੇ ਸਾਡੀ ਜ਼ਿੰਦਗੀ ਦੀਆਂ ਲੋੜਾਂ ਨੇ, ਗੁਜ਼ਰਾਨ ਨੇ। ਮਨੁੱਖ ਇਹਦੇ ਲਈ ਮਿਹਨਤ ਕਰਦਾ, ਇਹਦਾ ਹੱਕ ਹੈ, ਅਧਿਕਾਰ ਹੈ। ਜਿੱਥੋਂ ਤੱਕ ਮਨੁੱਖ ਨੂੰ ਜ਼ਿੰਦਗੀ ਅੰਦਰ ਨਿਰਭਉ ਪਦਵੀ ਪ੍ਰਾਪਤ ਕਰਨ ਦੀ ਗੱਲ ਹੈ, ਸਤਿਗੁਰੂ ਜੀ ਕਹਿੰਦੇ ਉਹਦੇ ਲਈ ਜ਼ਿੰਦਗੀ ਦੇ ਅੰਦਰ ਵਾਹਿਗੁਰੂ ਜੀ ਦੇ ਨਾਮ ਧਨ ਦੀ ਲੋੜ ਹੈ। ਧਨ ਅਸਲੀ ਸਾਡਾ ਪਰਮਾਤਮਾ ਦਾ ਨਾਮ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਬਚਨ ਕਿ ਸਾਥ ਨਾ ਚਾਲੈ ਬਿਨ ਭਜਨ, ਵਿਖਿਆ ਸਗਲੀ ਸ਼ਾਰ, ਹਰ ਹਰ ਨਾਮ
ਕਮਾਵਣਾ ਨਾਨਕ ਇਹ ਧਨ ਸਾਰ। ਵਾਹਿਗੁਰੂ ਜੀ ਦੇ ਨਾਮ ਧਨ ਤੋਂ ਬਿਨਾਂ ਹੋਰ ਕੋਈ ਚੀਜ਼ ਮਨੁੱਖ ਦੇ ਸਾਥ ਨਹੀਂ ਜਾਂਦੀ। ਹੋਰ ਹਰ ਚੀਜ਼ ਨੂੰ ਵਿਖਿਆ ਕਿਹਾ। ਵਿਖਿਆ ਦਾ ਅਰਥ ਹੁੰਦਾ ਜ਼ਹਿਰ। ਜਿਵੇਂ ਜ਼ਹਿਰ ਮਨੁੱਖ ਦੇ ਸਰੀਰ ਲਈ ਘਾਤਕ ਹੁੰਦੀ ਹੈ ਕਿ ਇਸ ਨੂੰ ਖਵਾ ਦਿਓ ਉਹਦੇ ਸਰੀਰ 'ਚ ਰੋਗ ਪੈਦਾ ਕਰਦੀ ਹੈ, ਤਿਵੇਂ ਪਰਮਾਤਮਾ ਨਾਲੋਂ ਟੁੱਟ ਕੇ ਜਦੋਂ ਮਨੁੱਖ ਕੇਵਲ ਦੁਨੀਆ ਦੀ ਧਨ ਦੌਲਤ ਹੀ ਇਕੱਤਰ ਕਰਦਾ ਹੈ, ਸਤਿਗੁਰੂ ਜੀ ਕਹਿੰਦੇ ਉਹ ਵੀ ਮਨੁੱਖ ਦੇ ਲਈ ਜ਼ਹਿਰ ਵਾਂਗੂ ਬਣ ਜਾਂਦੀ। ਮਨੁੱਖ ਆਤਮਿਕ ਜੀਵਨ ਵੱਲੋਂ ਖਤਮ ਹੋ ਜਾਂਦਾ ਹੈ। ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਧਨਵੰਤ ਉਸ ਨੂੰ ਕਿਹਾ ਜੋ ਵਾਹਿਗੁਰੂ ਜੀ ਦੇ ਪਿਆਰ ਜੁੜ ਗਿਆ। ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਹਿਰਦੈ ਭਗਵੰਤ। ਜਿਸ ਮਨੁੱਖ ਦੇ ਹਿਰਦੇ 'ਚ ਪ੍ਰਮਾਤਮਾ ਦਾ ਨਾਮ ਹੈ, ਸਤਿਗੁਰੂ ਜੀ ਕਹਿੰਦੇ ਧਨਵਾਨ ਉਹ ਹੈ। ਪ੍ਰਭ ਕੋ ਸਿਮਰੈ ਸੇ ਧਨਵੰਤੇ, ਪ੍ਰਭ ਕੋ ਸਿਮਰੈ ਸੇ ਪਤਵੰਤੇ। ਧਨਵਾਨ ਉਹ ਨੇ ਜਿਹੜੇ ਪ੍ਰਮਾਤਮਾ ਦਾ ਸਿਮਰਨ ਕਰਦੇ ਨੇ। ਧਨਵਾਨ ਦਾ ਅਰਥ ਹੈ ਕਿ ਉਹਨਾਂ ਦੀ ਜ਼ਿੰਦਗੀ 'ਚ ਕੋਈ ਫਿਕਰ ਨਹੀਂ। ਧਨ ਅਸੀਂ ਇਸੇ ਲਈ ਇਕੱਤਰ ਕਰਦੇ ਹਾਂ ਕਿ ਦੌਲਤ ਹੋਏਗੀ, ਦੁਨੀਆ ਦੇ ਰੁਤਬੇ ਹੋਣਗੇ, ਸਾਡੀ ਜ਼ਿੰਦਗੀ 'ਚੋਂ ਚਿੰਤਾਵਾਂ, ਸਾਡੀ ਜ਼ਿੰਦਗੀ 'ਚੋਂ ਫਿਕਰ ਮੁੱਕ ਜਾਣਗੇ। ਪਰ ਇਹ ਸਭ ਕੁਝ ਹੁੰਦਿਆਂ ਮਨੁੱਖ ਦੇ ਫਿਕਰ ਵੱਧਦੇ ਜਾਂਦੇ ਨੇ, ਚਿੰਤਾਵਾਂ ਵੱਧਦੀਆਂ ਚਲੀਆਂ ਜਾਂਦੀਆਂ ਨੇ। ਧਨ ਉਹ ਚੀਜ਼ ਹੈ ਜਿਹਦੇ ਹੋਣ ਨਾਲ ਅਸੀਂ ਚਿੰਤਾ ਤੋਂ ਰਹਿਤ ਹੋ ਜਾਈਏ, ਤੇ ਉਹ ਧਨ ਹੈ ਪਰਮੇਸ਼ਰ ਦਾ ਨਾਮ। ਸਤਿਗੁਰੂ ਜੀ ਨੇ ਮਨੁੱਖਤਾ ਦੇ ਪ੍ਰਥਾਏ ਬਚਨ ਕਿ ਕਾਚਾ ਧਨ ਸੰਚੈ ਮੂਰਖ ਗਾ ਬਾਹਰ। ਵਿਖਿਆ ਕਹਿ ਧਨ ਸਦਾ ਦੁੱਖ ਹੋਏ, ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਇਹ ਦੁਨਿਆਵੀ ਧਨ ਇਹ ਕੱਚਾ ਧਨ ਹੈ, ਇਹ ਸਾਥ ਜਾਣ ਵਾਲਾ ਧਨ ਨਹੀਂ ਹੈ। ਜੋ ਮਨੁੱਖ ਦੇ ਨਾਲ ਨਿਭਦਾ ਉਹ ਹੈ ਨਾਮ ਧਨ। ਨਾਮ ਧਨ ਦਾ ਅਰਥ ਹੈ ਕਿ ਪ੍ਰਮਾਤਮਾ ਦੇ ਪਿਆਰ ਵਿੱਚ ਜੁੜ ਕੇ ਮਨੁੱਖ ਦੀ ਜ਼ਿੰਦਗੀ ਦੇ ਆਚਾਰ ਦਾ ਪੱਧਰ ਇਹੋ ਜਿਹਾ ਬਣ ਜਾਂਦਾ ਹੈ, ਮਨੁੱਖ ਦੇ ਜੀਉਣ ਦਾ ਢੰਗ ਇਹੋ ਜਿਹਾ ਬਣ ਜਾਂਦਾ ਹੈ ਜਿੱਥੇ ਉਹ ਬੜਾ ਤ੍ਰਿਪਤ ਹੁੰਦਾ ਹੈ, ਅੰਦਰ ਉਹਦੇ ਸੰਤੋਖ ਹੁੰਦਾ ਹੈ, ਅੰਦਰ ਉਹਦੇ ਨਿਰਵੈਰਤਾ ਹੁੰਦੀ ਹੈ, ਉਹਦੇ ਅੰਦਰ ਬਿਲਕੁਲ ਪ੍ਰਮਾਤਮਾ ਤੇ ਪੂਰਨ ਭਰੋਸਾ ਹੁੰਦਾ ਹੈ ਕਿ ਉਹਨੂੰ ਪਤਾ ਹੈ ਕਿ ਜਿਸ ਪ੍ਰਮਾਤਮਾ ਨੇ ਪੈਦਾ ਕੀਤਾ ਉਹਨੂੰ ਸਾਡਾ ਫਿਕਰ ਹੈ। ਮਨੁੱਖ ਧਨ ਦੌਲਤ ਇਸੇ ਲਈ ਇਕੱਠਾ ਕਰਦਾ ਨਾ ਕਿ ਆਉਣ ਵਾਲੀ ਜ਼ਿੰਦਗੀ 'ਚ ਅਸੀਂ ਕਿੱਥੋਂ ਖਾਵਾਂਗੇ, ਚਾਰ ਪੈਸੇ ਨਾ ਹੋਏ ਤਾਂ ਰੋਟੀ ਕਿਵੇਂ ਮਿਲੇਗੀ, ਬੱਚੇ ਕਿਵੇਂ ਰੋਟੀ ਖਾਣਗੇ। ਪਰ ਜਦੋਂ ਮਨੁੱਖ ਨੂੰ ਪ੍ਰਮਾਤਮਾ ਤੇ ਭਰੋਸਾ ਬਣ ਜਾਂਦਾ ਹੈ ਨਾ, ਫਿਰ ਉਹ ਮਿਹਨਤ ਜ਼ਰੂਰ ਕਰਦਾ ਹੈ, ਪਰ ਉਹ ਇਸ ਫਿਕਰ ਨਾਲ ਨਹੀਂ ਕਰਦਾ ਕਿ ਮੈਨੂੰ ਰੋਟੀ ਨਹੀਂ ਮਿਲਣੀ। ਸਤਿਗੁਰੂ ਜੀ ਦੀ ਬਾਣੀ 'ਚ ਵਾਰ-ਵਾਰ ਮਨੁੱਖ ਦੇ ਅੰਦਰ ਪ੍ਰਮਾਤਮਾ ਦਾ ਭਰੋਸਾ ਹੀ ਪੈਦਾ ਕੀਤਾ ਗਿਆ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬੜੇ ਪਿਆਰੇ ਬਚਨ, ਮਾਈ ਮੈਂ ਧਨ ਪਾਇਓ ਹਰ ਨਾਮ, ਮਨ ਮੇਰੋ ਧਾਵਨ ਤੇ ਛੂਟਿਓ ਕਰ ਬੈਠੋ ਬਿਸਰਾਮ। ਮਾਇਆ ਮਮਤਾ ਤਨ ਤੇ ਭਾਗੀ ਉਪਜਿਓ ਨਿਰਮਲ ਗਿਆਨ, ਲੋ ਮੋਹ ਇਹ ਪਰਸਨਸਾ ਕੇ ਗਹੀ ਭਗਤ ਭਗਵਾਨ। ਇਹਨੇ ਭਾਈ ਮੈਨੂੰ ਹੁਣ ਵਾਹਿਗੁਰੂ ਜੀ ਦਾ ਨਾਮ ਧਨ ਮਿਲ ਗਿਆ, ਮੇਰਾ ਮਨ ਹੁਣ ਟਿਕ ਗਿਆ, ਇਹ ਹੁਣ ਭਟਕਦਾ ਨਹੀਂ ਹੈ। ਦੇਖੋ ਧਨ ਤੇ ਉਹ ਚੀਜ਼ ਹੈ ਨਾ ਜਿਹਨੂੰ ਪ੍ਰਾਪਤ ਕਰਕੇ ਸਾਡੇ ਅੰਦਰ ਭਟਕਣਾ ਮੁੱਕ ਜਾਏ। ਧਨ ਤੇ ਉਹ ਚੀਜ਼ ਹੈ ਜਿਹਨੂੰ ਪ੍ਰਾਪਤ ਕਰਕੇ ਸਾਡੇ ਅੰਦਰ ਸੰਤੋਖ ਆ ਜਾਏ। ਜਿਸ ਚੀਜ਼ ਨੂੰ ਪ੍ਰਾਪਤ ਕਰਕੇ ਸਾਡੇ ਅੰਦਰ ਭਟਕਣਾ ਵੱਧਦੀ ਹੈ, ਲੋਭ ਵੱਧਦਾ ਹੈ, ਉਹ ਧਨ ਕਦੀ ਹੋ ਹੀ ਨਹੀਂ ਸਕਦਾ। ਧਨ ਉਹ ਹੈ ਜਿਹਨੂੰ ਪ੍ਰਾਪਤ ਕਰਕੇ ਸਾਡੇ ਅੰਦਰੋਂ ਹੰਕਾਰ ਮਿਟ ਜਾਏ, ਸਾਡੇ ਅੰਦਰੋਂ ਤ੍ਰਿਸ਼ਨਾ ਮੁੱਕ ਜਾਏ। ਹੁਣ ਜਿਸ ਵਸਤੂ ਨੂੰ ਪ੍ਰਾਪਤ ਕਰਕੇ ਤ੍ਰਿਸ਼ਨਾ ਵੱਧਦੀ ਜਾਂਦੀ ਹੈ, ਹੰਕਾਰ ਵੱਧਦਾ ਜਾਂਦਾ, ਉਹ ਧਨ ਨਹੀਂ ਹੈ। ਦੁਨੀਆ ਦੀ ਦੌਲਤ ਹੋ ਸਕਦੀ ਹੈ ਲੇਕਿਨ ਉਹ ਧਨ ਨਹੀਂ ਹੈ। ਧਨ ਤੇ ਉਹ ਹੈ ਜਿਹਨੂੰ ਪ੍ਰਾਪਤ ਕਰਕੇ ਅਸੀਂ ਵਾਕਈ ਜ਼ਿੰਦਗੀ 'ਚ ਧਨ ਹੋ ਜਾਈਏ, ਸਾਡੇ ਅੰਦਰ ਤ੍ਰਿਪਤੀ ਆ ਜਾਏ। ਜਿਵੇਂ ਸਤਿਗੁਰੂ ਜੀ ਕਹਿੰਦੇ ਮਾਇਆ ਮਮਤਾ ਤਨ ਤੇ ਭਾਗੀ ਉਪਜਿਓ ਨਿਰਮਲ ਗਿਆਨ। ਧਨ ਉਹ ਚੀਜ਼ ਹੈ ਜਿਸ ਨੂੰ ਪ੍ਰਾਪਤ ਕਰਕੇ ਸਾਡੇ ਅੰਦਰ ਵਿਵੇਕ ਮਤ ਪੈਦਾ ਹੋਏ, ਸਾਡੀ ਮਤ ਨਿਰਮਲ ਹੋ ਜਾਏ ਔਰ ਸਾਡੇ ਅੰਦਰੋਂ ਮਾਇਆ ਦੀ ਪਕੜ ਹੀ ਖਤਮ ਹੋ ਜਾਏ। ਹੁਣ ਦੁਨੀਆ ਦੇ ਜਿਸ ਚੀਜ਼ ਨੂੰ ਅਸੀਂ ਧਨ ਕਹਿੰਦੇ ਆ, ਉਹਨੂੰ ਪ੍ਰਾਪਤ ਕਰਕੇ ਤੇ ਸਾਡੇ ਅੰਦਰ ਦੁਰਮਤ ਆ ਜਾਂਦੀ ਹੈ, ਸਗੋਂ ਸਾਡੇ ਅੰਦਰ ਤੇ ਸਗੋਂ ਮੈਲ ਹੁੰਦੀ ਚਲੀ ਜਾਂਦੀ ਹੈ। ਜਿੰਨਾ ਧਨ ਆਈ ਜਾਂਦਾ ਉਹਨੇ ਜ਼ਿਆਦਾ ਬੇਈਮਾਨ ਹੋਈ ਚਲੇ ਜਾਂਦੇ ਆ, ਉਹਨੇ ਆਵਾ ਜ਼ਿਆਦਾ ਚਲਾਕੀਆਂ ਕਰਦੇ, ਉਹਨੇ ਜ਼ਿਆਦਾ ਹੰਕਾਰੀ ਹੋਈ ਚਲੇ ਜਾਂਦੇ ਆ। ਇਸ ਕਰਕੇ ਧਨ ਕੇਵਲ ਦੌਲਤ ਨੂੰ ਨਹੀਂ ਕਿਹਾ ਜਾਂਦਾ, ਅਸਲੀ ਧਨ ਉਹ ਹੈ ਜਿਹਨੂੰ ਪ੍ਰਾਪਤ ਕਰਕੇ ਸਾਡਾ ਜੀਵਨ ਹੀ ਧਨ ਹੋ ਜਾਏ, ਅਸੀਂ ਸੰਤੋਖ ਵਿੱਚ ਆ ਜਾਈਏ। ਸਤਿਗੁਰੂ ਸਾਹਿਬ ਜੀ ਕਹਿੰਦੇ ਮਨ ਟਿਕ ਜਾਏ। ਗੁਰਬਾਣੀ 'ਚ ਵਾਰ-ਵਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਧਨ ਦੀ ਗੱਲ ਕੀਤੀ ਹੈ। ਧਨ ਉਹ ਹੈ ਜਿਹਨੂੰ ਪ੍ਰਾਪਤ ਕਰਕੇ ਸਾਨੂੰ ਕੋਈ ਚਿੰਤਾ ਹੀ ਨਾ ਰਹੇ। ਹੁਣ ਜਿਸ ਚੀਜ਼ ਨੂੰ ਪ੍ਰਾਪਤ ਕਰਕੇ ਸਾਨੂੰ ਚਿੰਤਾ ਹੈ ਕਿ ਗਵਾਚ ਜਾਏਗਾ
ये लुटिया जाएगा, ये चोरी हो जाएगा, ये खोया जाएगा, वो धन नहीं हो सकता। जिथों तक परमात्मा के नाम धन की गल है, सतगुरु जी कहते इस धन को उचक्का नेड़ न आवी, जम जगाती नेड़ न आई। ये नाम धन के नेड़े कोई डाकू नहीं आ सकता, कोई चोर उचक्का ठग नहीं आ सकता, इनू अग साड़ नहीं सकती, इनू हवा उड़ा नहीं सकती, इनू पानी गाल नहीं सकता, रोड़ नहीं सकता। सतगुरु जी कहते ये साडा धन है, तो ये धन मिलता है गुरु की कृपा सदका। सतगुरु श्री गुरु अर्जन देव जी महाराज इस धन की गल करके ये प्राप्त करने की जो जुगत है, जां इसनूं प्राप्त करके जो मनुख की मनो अवस्था बन जाती है, जो बख्शिश भरे बचन सानू कह रहे ने, आओ आपां एकाग्रचित होके सतगुरु जी के इन्हां पावन पवित्र बचनों की विचार साझी करिए। सतगुरु जी के प्यार से जुड़दियां मन बिरतियां नूं टिकाउण हित मुख तो सारे ही उच्चारण करिए जी। सतनाम वाहिगुरु साहिब जी। सारंग महला पंजवा। अब मोहे धन पायो हर नामा। धन गुरु अर्जन देव जी महाराज का यह पावन मुख वाक श्री गुरु ग्रंथ साहिब जी के पावन अंक 1211 ते सुभाईमान है। सारंग राग दे इस पवित्र शब्द विच सतगुरु जी आरंभ च कहते अब मोहे धन पायो हर नामा। भाई मैं हुण नाम धन नूं प्राप्त कर लिया, हरि दे नाम दा धन। दुनियावी धन ते आउंदा जांदा है, ये धन करते का खेल है, कदे आवे कदे जाए। ये धन तां रब दी मौज विच कदी आ गया कदी चलिया गया, लेकिन सच्चा धन जिहड़ा है वह वाहिगुरू जी का नाम धन है। जिस मनुख दे कोल आ गया वो कदी जांदा ही नहीं है, वो कदी चोरी नहीं हो सकता, कदी गवाच नहीं सकता। सतगुरु साहिब जी कहते अब मोए धन पायो हर नामा। मैं हुण वाहिगुरू जी के नाम धन नूं प्राप्त कर लिया। पै अचिंत तृष्ण सब बुझी है, ये लिखियो लेख मथामा। सतगुरु जी कहते नाम धन पाया है, ते नाम धन नूं प्राप्त करके मेरी चिंता ही खत्म हो गई है। दुनियावी जिस चीज़ नूं असीं धन कहने आ, ज्यों ज्यों चिंतावां आउंदे धन आउंदा चिंतावां वधदियां चलियां जांदियां ने। गुरबाणी विच सतगुरु जी ने सानू चिंता तो रहत होने की प्रेरणा करदे एक थां दे बचन कहे ने कि उद्यम करेंदियां जियो तू कमावदियां सुख पुंज, ध्याइंदियां तू प्रभु मिल नानक उतरी चिंत। बंदिया उद्यम कर दुनियावी तौर पर कमाई कर सुख मान, पर वाहिगुरू जी के सिमरन में जुड़ेगा तेरियां चिंतावां मुक जाणगियां। असीं दुनियावी उद्यम करते हैं, घर आ जाते हैं, दुनिया के रुतबे आ जाते हैं, धन दौलत होर पदार्थ आ जाते हैं, पर जे घर आ जाए नाल उन्नियां जिम्मेवारियां आ जांदियां ने, उन्नियां चिंतावां आ जांदियां ने। जिन्ने वड्डे घर उन्नियां वड्डियां चिंतावां, जिन्ने वड्डे कारोबार उन्नियां वड्डियां चिंतावां। लेकिन वाहिगुरू जी के प्यार से जुड़न की गल करते हैं सतगुरु जी कहते बंदिया जे तू चाहुंदा है कि सब कुछ होवे पर सब कुछ दे हुंदियां चिंता कोई ना होए, फिर नाम धन एकत्र कर। ज्यों ज्यों तू परमात्मा के प्यार जुड़ेगा नानक उतरी चिंत, तेरियां चिंतावां मुक जाणगियां। सतगुरु साहिब जी कहते ने भै अचिंत तृष्ण सब बुझी है। भाई मैं नाम धन प्राप्त किया, मेरे मन दीयां चिंतावां मुक गईयां। नाम धन प्राप्त किया, मेरे मन की तृष्णा ही मुक गई, मैं अंदरों ऐ न रज गया। हालांकि बाहरी पदार्थ होंदे जाण ते मनुख की लालसा वधदी चली जाती है। अज तक कदी किसी ने यह नहीं कहा कि मैं दुनियावी पदार्थों के नाल रज गया। दुनियावी तौर पर मनुख भुखा होए, गुरबाणी कहती भावें सारी दुनिया दे नहीं कई पुरियां दे भार उहदे अगे पदार्थों के बन के रख दे, उहदी भुख नहीं कदी मिटदी। भुखियां भुख ना उतरी जे बन्ना पुरियां पार। पर सतगुरु जी कहते मैनू वाहिगुरू जी का नाम धन मिल गया तो हुण मेरी सारी तृष्णा मुक गई है, मैं अंदरों रज गया, तृप्त हो गया हाँ। यह लिखियो लेख मथामा, तो हुण मेरे मत्थे का यह लेख ही लिखिया गया है कि मेरे जिंदगी च मेरे पल्ले वाहिगुरू जी का नाम धन है। देखो लेख मनुख ने आप लिखने ने, परमात्मा ने ये लेख लिखने लिए सानू जिंदगी दी है। असी परमात्मा के उपर नहीं ब्लेम लगा सकते कि परमात्मा ने साडे लेख ही इहो जिहे लिखे हुए ने, परमात्मा ने साडे भाग ही इहो जिहे लिखे हुए ने। हर मनुख जदों धरती ते आउंदा ना बड़ा भागां वाला हुंदा है। कितनी कीमती जिंदगी परमात्मा ने हर मनुख नूं दित्ती है।
इस धरती ते आके जो असी करते हैं, जो असी बोलते हैं, जो असी सोचते हैं, जो असी कमाते हैं, वो साडी जिंदगी के लेख बनते जाते हैं। गुरु ग्रंथ साहिब जी का वचन है कि बुरा भला दोए लेख पे, करनी कागद मन मसवाणी, बुरा भला दोए लेख पे। साडी करनी जिहड़ी है ना वो कागज है, जिन्हों आपां करैक्टर कहने, किरदार कहने, वो साडा कागज है, ये ते लेख लिखे जाने ने। वो जो असी बुरे जां चंगे काम करते हैं वो साडी जिंदगी के लेख ने। सतगुरु जी कहते मैनू वाहिगुरु जी ने बख्शिश की, मैनू नाम धन मिल गया, हुण मेरियां चिंतावां मुक गईयां, मेरी तृष्णा मुक गई, बस वाहिगुरु जी ने मेरे लेख लिख दिते, नाम धन वाला मैनू बना दिता है। रहाओ खोजत खोजत भयो बैरागी, फिर आयो देह गेरामा। सतगुरु साहिब श्री गुरु अर्जन देव जी कह रहे कि खोजदे आ मैं बैरागी हो गया। मनुख की जिन्नी दौड़ भज है ना, ये मन की संतुष्टि दे लई है कि मन किसी तरीके दे नाल ऐन रज जाए, तृप्त हो जाए। जे असी दुनियावी पदार्थ भी एकत्र करते हाँ वो इस लिए कि चार पैसे होणगे तो असी अंदरों सुखी हो जावांगे, मन की कोई तसल्ली हो जाएगी। ये तसल्ली लिए असी सब कुछ एकत्र करने कि मन साडा तृप्त हो जाए, मन साडा रज जाए। पर ज्यों ज्यों मनुख बाहरी तौर पर दुनिया का ज्ञान, दुनिया की दौलत, दुनिया के पदार्थ, दुनिया के रुतबे एकत्र करता है, मन की वो भटकना जिहड़ी वधदी चली जाती है। सतगुरु साहिब जी कहते ने खोजत खोजत भयो वैरागी, भी मैं इस मन के सुख नूं प्राप्त करने के लिए, क्योंकि मन का सुख मिलना धन दे नाल, धन का अर्थ दुनियावी दौलत नहीं है, धन का अर्थ यह है कि वो चीज़ जिहड़ी साडे मन दे काम आ सके। देखो ये दुनियावी पदार्थां नाल शरीर दीयां लोड़ां पूरीआं हो सकदियां ने। साडे कोल दुनियावी धन होएगा, असी कपड़े वधिया खरीद लवांगे, घर वधिया बना लवांगे, कोई गड्डियां कारां लै लवांगे, खाण पीण दे पदार्थ एकत्र कर लांगे, होर सुख सहूलतां एकत्र कर लांगे, ते शरीर तक सीमित ने। पर भुख तो मन की है ना, इत्थे शरीर की तो इन्नी भुख नहीं है। शरीर की भुख तो 2 रोटियां सवेरे शाम हैगी है, वो तो पूरी होंदी जानी है। उदों बाद जो आप एकत्र करते सगों वो कई बारी ज़्यादा चिंता का कारण बन जाता है। सतगुरु जी कहते खोजते हैं देखते हैं कि मन की ये जिहड़ी संतुष्टि किवें हो सकती है। मैं बैरागी हो गया, बड़ी भाल की, फिर आयो देह गिरामा, फिरदियां मैं आखिर अपने शरीर वाल मुड़िया। मैनू मेरे गुरु ने ज्ञान दिता कि जिस चीज़ नूं तू लभदा है ना वो तो तेरे अंदर ही है। मत विच रतन जवाहर मानक, तेरे अंदर हीरे ने, रतन ने, जवाहर ने, मानक ने। बंदा बाहरों हीरियां दी भाल करदा है, एकत्र करदा है, पर सतगुरु जी कहते फिरदियां आखिर पता लगा कि मेरे शरीर अंदर ही वो खजाना लुकिया पे। गुरु के बचन के 9 निध अमृत प्रभ का नाम देही मैं इसका विश्राम। वो वाहिगुरु जी का जिहड़ा खजाना है ना, नाम तन, जिन्हों प्राप्त करके असी संतुष्ट हो सकते, असी रज सकते हैं, साडियां भुखां मिट सकदियां ने, वो साडे अंदर ही है। इवें कह लो कि सुखां दा खजाना साडे अंदर है, वो लभदे असी बाहरों हाँ। साहब कहते फिरदियां मैं बैरागी हो गया, तो आखिर मैं अपने शरीर वाल, देह गिरामा, शरीर वाल, शरीर दे पिंड वाल मुड़िया। जदों इधर झात मारी, गुर कृपाल सौदा एह जोरियो, हथ चरियो लाल अगामा। गुरु ने कृपा दे घर च आके ना मेरे नाल इह सौदा जोड़ दिता, भाव मैनू ये वपार दे नाल जोड़ दिता। वाहिगुरु जी का नाम धन जोड़न की मैनू प्रेरणा की। गुरबाणी में सतगुरु जी ने कहा वणज करो वणजारियो, वखर लिहो समाल, तैसी वस्त विसाईए जैसी निभे नाल। भाई आप सारे ही वणजारे हाँ, वपारी हाँ, कुछ वपार कर लिया है धरती के उपर। गुरबाणी च थां थां ते जीव नूं वणजारा वपारी कह के संबोधन किया गया। सच व्यापार करो व्यापारी, दरगह निभरै खेव तुम्हारी। ऐ जीव रूप व्यापारी सच का व्यापार कर, ताकि तेरी एक खेप दर्थ हुंदा है, वो माल वो सौदा जिहड़ा एकत्र कीता हुंदा है, तेरी एक खेप दरगाह तक तेरे नाल जाए। असी जो कुछ दुनियावी तौर पर एकत्र करते वो तो नाल जांदा ही नहीं है, उसने ते नाल की जाना है।
ਸਾਡਾ ਸਰੀਰ ਵੀ ਨਾਲ ਨਹੀਂ ਜਾਂਦਾ, ਸਰੀਰ ਵੀ ਇੱਥੇ ਰਹਿ ਜਾਂਦਾ, ਬਾਕੀ ਚੀਜ਼ਾਂ ਸਰੀਰ ਨਾਲ ਸੰਬੰਧਿਤ ਕੋਈ ਨਾਲ ਨਹੀਂ ਜਾਂਦੀਆਂ। ਸਤਿਗੁਰੂ ਜੀ ਕਹਿੰਦੇ ਅਸੀਂ ਸੱਚ ਦਾ ਵਪਾਰ ਕਰੀਏ, ਸਾਡੀ ਨਾਲ ਨਿਭ ਸਕੇ। ਨਾਲ ਕੀ ਨਿਭਣੇ ਨੇ? ਮਨੁੱਖ ਦੇ ਗੁਣ ਨਾਲ ਨਿਭਣੇ, ਪ੍ਰਮਾਤਮਾ ਦਾ ਨਾਮ। ਜਦੋਂ ਪ੍ਰਮਾਤਮਾ ਦੇ ਨਾਮ ਦੀ ਗੱਲ ਕਰਦੇ ਤਾਂ ਅਰਥ ਇਹ ਹੈ ਕਿ ਪ੍ਰਮਾਤਮਾ ਨੂੰ ਚੇਤੇ ਕਰਦੇ ਹਾਂ, ਸਿਮਰਦੇ ਹਾਂ, ਉਹ ਪ੍ਰਮਾਤਮਾ ਵਾਲੇ ਗੁਣ ਸਾਡੀ ਜ਼ਿੰਦਗੀ 'ਚ ਆ ਜਾਣ, ਅਸੀਂ ਅੰਦਰੋਂ ਨਿਰਵੈਰ ਹੋ ਜਾਈਏ, ਅਸੀਂ ਅੰਦਰੋਂ ਤ੍ਰਿਪਤ ਹੋ ਜਾਈਏ, ਸਾਡੇ ਅੰਦਰ ਸਮੁੱਚੀ ਮਾਨਵਤਾ ਲਈ ਪਿਆਰ ਆ ਜਾਏ। ਇਹ ਚੀਜ਼ਾਂ ਮਨੁੱਖ ਦੇ ਨਾਲ ਜਾਂਦੀਆਂ ਨੇ। ਸਤਿਗੁਰੂ ਸਾਹਿਬ ਜੀ ਕਹਿੰਦੇ ਗੁਰੂ ਨੇ ਕਿਰਪਾ ਕੀਤੀ, ਸੌਦਾ ਇਹ ਜੋੜਿਓ, ਤੇ ਮੈਨੂੰ ਇਸ ਸੌਦੇ ਦੇ ਨਾਲ ਜੋੜ ਦਿੱਤਾ, ਇਹ ਸੌਦਾ ਮੈਨੂੰ ਦਿਵਾ ਦਿੱਤਾ। ਤੇ ਜਦੋਂ ਮੈਂ ਇਸ ਸੌਦੇ ਵਾਲੇ ਬੰਨੇ ਲੱਗਿਆ ਨਾ, ਇਸ ਵਪਾਰ ਵਾਲੇ ਬੰਨੇ, ਹੱਥ ਚਰਿਓ ਲਾਲ ਅਗੰਮ, ਮੇਰੇ ਹੱਥ ਕੀਮਤੀ ਲਾਲ ਲੱਗ ਗਿਆ। ਅਗੰਮ ਜਿਹੜਾ ਅਗੰਮ ਹੈ, ਜਿਹਦੀ ਕੀਮਤ ਨਹੀਂ ਪਾ ਸਕਦੇ, ਉਹ ਵਾਹਿਗੁਰੂ ਜੀ ਦਾ ਨਾਮ। ਸਤਿਗੁਰੂ ਜੀ ਕਹਿੰਦੇ ਗੁਜੜਾ ਲੱਦਮ ਲਾਲ ਮੱਥਾ ਹੀ ਪ੍ਰਗਟ ਥਿਆ। ਉਹ ਗੁੱਜਾ ਜਿਹੜਾ ਲਾਲ ਸੀ ਨਾ, ਲੁਕਿਆ ਹੋਇਆ, ਉਹ ਲੱਭ ਪਿਆ, ਮੇਰੇ ਮੱਥੇ ਵਿੱਚੋਂ ਲੱਭ ਪਿਆ। ਦੁਨੀਆ ਦਾ ਕੋਈ ਧਨ ਜਿਹੜਾ ਹੈ ਉਹ ਸਾਨੂੰ ਸਦੀਵੀ ਤੌਰ ਤੇ ਤ੍ਰਿਪਤ ਨਹੀਂ ਕਰ ਸਕਦਾ, ਭਾਵੇਂ ਕੋਈ ਵੀ ਚੀਜ਼ ਹੋਏ। ਲੇਕਿਨ ਸਤਿਗੁਰੂ ਜੀ ਕਹਿੰਦੇ ਜੇ ਤ੍ਰਿਪਤ ਹੋਣਾ ਹੈ ਤੇ ਉਹ ਲਾਲ, ਉਹ ਖਜ਼ਾਨਾ ਸਾਡੇ ਅੰਦਰ ਹੈ, ਉਹ ਖਜ਼ਾਨਾ ਮਿਲਣਾ ਗੁਰੂ ਦੀ ਕਿਰਪਾ ਸਦਕਾ। ਗੁਰੂ ਸਾਨੂੰ ਇਸ ਸੱਚ ਦੇ ਵਪਾਰ ਦੀ ਪ੍ਰੇਰਣਾ ਕਰਦਾ ਹੈ ਕਿ ਬੰਦਿਆ ਉਹ ਵਪਾਰ ਕਰ ਜਿਹੜਾ ਤੇਰੇ ਨਾਲ ਨਿਵੇ। ਤੈਸੀ ਵਸਤ ਵਿਸਾਈਏ ਜੈਸੀ ਨਿਵੇ ਨਾਲ, ਅੱਗੇ ਸਾਉ ਸਜਾਨ ਹੈ ਲੈਸੀ ਵਸਤ ਸੰਭਾਲ। ਪਰ ਮਨੁੱਖ ਦਾ ਇੱਕ ਸੁਭਾਅ ਬਣ ਗਿਆ, ਜਿਹੜੀਆਂ ਚੀਜ਼ਾਂ ਨਾਲ ਨਹੀਂ ਜਾਣੀਆਂ, ਮਨੁੱਖ ਭਰਮ ਵਿੱਚ ਪੈ ਕੇ ਉਹਨਾਂ ਚੀਜ਼ਾਂ ਦੇ ਨਾਲ ਹੀ ਜੁੜਿਆ ਪਿਆ। ਛੋੜ ਜਾਏ ਸੇ ਕਰੇ ਪਰਾਲ, ਕਾਮਨਾ ਆਵੇਂ ਸੇ ਜੰਜਾਲ। ਜਿਹੜੀਆਂ ਚੀਜ਼ਾਂ ਨੂੰ ਇਹਨੇ ਛੱਡ ਜਾਣਾ ਨਾ, ਉਹਨਾਂ ਨੂੰ ਐਨ ਪਰਾਲੀ ਵਾਂਗੂ ਇਕੱਠੇ ਕਰੀ ਚਲਿਆ ਜਾ ਰਿਹਾ। ਇਹ ਦੁਨਿਆਵੀ ਚੀਜ਼ਾਂ ਸਾਡੀ ਲੋੜ ਨੇ, ਸਾਡੀ ਗੁਜ਼ਰਾਨ ਨੇ, ਇਹਦੇ ਲਈ ਉਦਮ ਕਰਨਾ ਸਾਡਾ ਹੱਕ ਹੈ, ਫਰਜ਼ ਹੈ। ਲੇਕਿਨ ਇਹਨਾਂ 'ਚੋਂ ਕੋਈ ਚੀਜ਼ ਵੀ ਉਹ ਨਹੀਂ ਜਿਹੜੀ ਸਾਨੂੰ ਸਦਾ ਤੌਰ ਤੇ ਸੰਤੁਸ਼ਟੀ ਦੇ ਸਕੇ ਜਾਂ ਸਾਨੂੰ ਸਦੀਵੀ ਤੌਰ ਤੇ ਤ੍ਰਿਪਤੀ ਦੇ ਸਕੇ। ਸਤਿਗੁਰੂ ਸਾਹਿਬ ਜੀ ਕਹਿੰਦੇ ਉਹ ਤ੍ਰਿਪਤੀ ਨੂੰ ਖੋਜਦੇ ਹਾਂ ਆਖਰ ਗੁਰੂ ਨੇ ਬਖਸ਼ਿਸ਼ ਕੀਤੀ, ਗੁਰੂ ਨੇ ਨਾਮ ਧੰਦੇ ਨਾਲ ਜੋੜਿਆ, ਤੇ ਮੈਨੂੰ ਆਪਣੇ ਅੰਦਰੋਂ ਹੀ ਇੱਕ ਲਾਲ ਲੱਭਿਆ, ਹੀਰਾ ਲੱਭਿਆ, ਜਿਸ ਨੂੰ ਪ੍ਰਾਪਤ ਕਰਕੇ ਮੈਂ ਅੰਦਰੋਂ ਤ੍ਰਿਪਤ ਹੋ ਗਿਆ, ਰੱਜ ਗਿਆ। ਆਨ ਵਪਾਰ ਬਨਜ ਜੋ ਕਰੀਏ। ਸਤਿਗੁਰੂ ਜੀ ਕਹਿੰਦੇ ਪ੍ਰਮਾਤਮਾ ਦੇ ਨਾਮ ਧਨ ਤੋਂ ਬਿਨਾਂ ਹੋਰ ਜਿੰਨਾ ਵਪਾਰ ਅਸੀਂ ਕਰਦੇ ਹਾਂ ਨਾ, ਜੋ ਕੁਝ ਵੀ ਕਰਦੇ ਹਾਂ, ਉਹ ਸਭ ਕੁਝ ਸਾਡੇ ਸਾਥ ਨਹੀਂ ਜਾਂਦਾ, ਉਹ ਸਾਡਾ ਸਾਥ ਨਹੀਂ ਦਿੰਦਾ। ਸਤਿਗੁਰੂ ਜੀ ਨੇ ਗੁਰਬਾਣੀ 'ਚ ਸਾਨੂੰ ਚੇਤੇ ਕਰਾਇਆ ਹੈ ਕਿ ਅਸੀਂ ਧਰਤੀ ਤੇ ਕੁਝ ਵਿਹਾਜਣ ਲਈ ਆਏ ਹਾਂ। ਹਰ ਤਨ ਸੰਚੋ, ਹਰ ਤਨ ਵਣਜੋ। ਸਤਿਗੁਰੂ ਜੀ ਕਹਿੰਦੇ ਨਾਮ ਧਨ ਨੂੰ ਇਕੱਤਰ ਕਰੋ। ਨਾਮ ਧਨ ਹੀ ਸਾਡੀ ਜ਼ਿੰਦਗੀ ਦਾ ਤੋਸਾ ਹੈ। ਤੋਸੇ ਦਾ ਅਰਥ ਹੁੰਦਾ ਹੈ ਰਾਹ ਵਿੱਚ ਜਿਹੜੀ ਚੀਜ਼ ਅਸੀਂ ਖਰਚਣੀ ਹੋਏ, ਜਿਹੜੀ ਅਸੀਂ ਖਾਣੀ ਹੋਏ। ਸਤਿਗੁਰੂ ਜੀ ਕਹਿੰਦੇ ਸੰਗ ਚਲਨ ਕੋ ਤੋਸਾ ਦੀਨਾ। ਸਾਨੂੰ ਸਾਡੇ ਸਤਿਗੁਰੂ ਜੀ ਨੇ ਉਹ ਤੋਸਾ ਦੇ ਦਿੱਤਾ, ਉਹ ਵਸਤੂ ਦੇ ਦਿੱਤੀ ਜਿਹੜੀ ਸਾਡੇ ਸੰਗ ਨਿਭ ਸਕਦੀ, ਜਿਹੜੀ ਸਾਡਾ ਸਾਥ ਦੇ ਸਕਦੀ ਹੈ। ਉਹ ਸਾਥ ਦੇ ਸਕਦਾ ਹੈ ਪ੍ਰਮਾਤਮਾ ਦਾ ਨਾਮ। ਇਹ ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਮੈਨੂੰ ਉਹ ਧਨ ਮਿਲ ਗਿਆ ਜਿਸ ਧਨ ਨੂੰ ਪ੍ਰਾਪਤ ਕਰਕੇ ਮੈਂ ਦਰਅਸਲ ਅੰਦਰੋਂ ਤ੍ਰਿਪਤ ਹੋ ਗਿਆ, ਅੰਦਰੋਂ ਰੱਜ ਗਿਆ। ਗੁਰਬਾਣੀ 'ਚ ਬਾਬਾ ਕਬੀਰ ਸਾਹਿਬ ਜੀ ਦਾ ਇੱਕ ਥਾਂ ਤੇ ਬੜਾ ਪਿਆਰਾ ਬਚਨ ਹੈ, ਕਹਿ ਕਬੀਰ ਨਿਰਤਨ ਹੈ ਸੋਏ, ਜਾ ਕੇ ਹਿਰਦੈ ਰਾਮ ਨਾ ਹੋਈ। ਉਹ ਮਨੁੱਖ ਨਿਰਤਨ ਹੈ ਜਿਸ ਮਨੁੱਖ ਦੇ ਅੰਦਰ ਪ੍ਰਮਾਤਮਾ ਦਾ ਨਾਮ ਨਹੀਂ, ਪ੍ਰਮਾਤਮਾ ਦਾ ਪਿਆਰ ਨਹੀਂ। ਦੇਖੋ ਦੁਨਿਆਵੀ ਤੌਰ ਤੇ ਕਈ ਲੋਕ ਸਾਨੂੰ ਨਜ਼ਰ ਆਉਂਦੇ ਨੇ, ਉਹਨਾਂ ਕੋਲ ਬਾਹਰੀ ਧਨ ਦੌਲਤ ਬਹੁਤ ਹੈ, ਪਰ ਅੰਦਰੋਂ ਬੜੇ ਉਹ ਭੁੱਖੇ ਹੁੰਦੇ ਨੇ, ਅੰਦਰੋਂ ਉਹ ਬੜੇ ਹੰਕਾਰੀ ਹੁੰਦੇ, ਅੰਦਰੋਂ ਉਹਨਾਂ ਨੇ ਬੜੀ ਈਰਖਾ ਭਰੀ ਹੁੰਦੀ। ਉਹਨਾਂ ਨੂੰ ਅਸੀਂ ਕਿਵੇਂ ਕਵਾਂਗੇ ਉਹ ਧਨਵਾਨ ਨੇ? ਧਨਵਾਨ ਦੀ ਪਹਿਲੀ ਨਿਸ਼ਾਨੀ ਤਾਂ ਇਹ ਹੈ ਕਿ ਉਹ ਬੜਾ ਦਿਆਲੂ ਹੁੰਦਾ। ਜਿਹੜਾ ਬੰਦਾ ਧਨਵਾਨ ਹੋਏ ਉਹਦਾ ਤੇ ਲੋਕਾਂ ਦੇ ਪ੍ਰਤੀ ਵਿਹਾਰ ਹੀ ਬੜਾ ਵਧੀਆ ਹੋਣਾ ਚਾਹੀਦਾ, ਕਿਉਂਕਿ ਉਹ ਤੇ ਰੱਜਿਆ ਹੋਇਆ ਹੈ। ਉਹ ਤੇ ਭੁੱਖਿਆਂ ਦੀ ਬਾਂਹ ਫੜਨ ਵਾਲਾ ਹੋਣਾ ਚਾਹੀਦਾ, ਉਹ ਤੇ ਲੋੜਵੰਦਾਂ ਦੀ ਮਦਦ ਕਰਨ ਵਾਲਾ ਹੋਣਾ ਚਾਹੀਦਾ। ਤੇ ਜੇ ਮਨੁੱਖ ਦੇ ਕੋਲ ਦੁਨਿਆਵੀ ਪਦਾਰਥ ਬਹੁਤ ਹੈ ਤੇ ਉਹ ਬਹੁਤ ਨੂੰ ਪ੍ਰਾਪਤ ਕਰਕੇ ਹੋਰ ਲੋਕਾਂ ਤੇ ਜ਼ੁਲਮ ਕਰ ਰਿਹਾ ਹੈ, ਹੋਰ ਲੋਕਾਂ ਦੇ ਉੱਪਰ ਉਹ ਅਨੇਕ ਤਰ੍ਹਾਂ ਦੇ ਇਹੋ ਜਿਹੇ ਕੰਮ ਕਰਦਾ ਹੈ ਕਿ ਲੋਕਾਂ ਦਾ ਖੂਨ ਪੀ ਰਿਹਾ, ਤਾਂ ਉਹਨੂੰ ਅਸੀਂ ਧਨਵਾਨ ਤਾਂ ਨਹੀਂ ਕਵਾਂਗੇ।
ਸਤਿਗੁਰੂ ਜੀ ਕਹਿੰਦੇ ਜਿਸ ਮਨੁੱਖ ਦੇ ਅੰਦਰ ਨਾਮ ਧਨ ਨਹੀਂ ਉਹ ਨਿਰਧਨ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਹੋਰ ਬੜਾ ਪਿਆਰਾ ਵਚਨ ਹੈ ਕਿ ਜਿਨ ਕੇ ਹਿਰਦੈ ਧਨ ਵਸੈ ਤਿਨ ਕਾ ਨਾਉ ਫਕੀਰ, ਜਿਸ ਕੇ ਹਿਰਦੇ ਤੂੰ ਵਸੇ ਤਾਂ ਕਾ ਤੇ ਨਰ ਗੁਣੀ ਗਹੀਰ। ਵਾਹਿਗੁਰੂ ਜੀ ਜਿਨ੍ਹਾਂ ਮਨੁੱਖਾਂ ਦੇ ਹਿਰਦੇ 'ਚ ਕੇਵਲ ਦੁਨਿਆਵੀ ਦੌਲਤ ਦਾ ਹੀ ਪਿਆਰ ਹੈ ਨਾ, ਉਹ ਫਕੀਰ ਨੇ। ਫਕੀਰ ਦਾ ਅਰਥ ਕੰਗਾਲ। ਤੇ ਜਿਨ੍ਹਾਂ ਦੇ ਅੰਦਰ ਤੁਹਾਡਾ ਪਿਆਰ ਹੈ ਉਹ ਗੁਣਾਂ ਦੇ ਸਮੁੰਦਰ ਬਣ ਜਾਂਦੇ ਨੇ। ਕਹਿੰਦੇ ਇੱਕ ਫਕੀਰ ਰੱਬ ਦੀ ਬੰਦਗੀ ਕਰਨ ਵਾਲਾ ਬੇਪਰਵਾਹ ਸੀ। ਕਈ ਵਾਰਾਂ ਰੱਬ ਦੇ ਪਿਆਰਿਆਂ ਕੋਲ ਵੀ ਆ ਕੇ ਨਾ ਦੁਨਿਆਵੀ ਲੋਕ ਦੁਨਿਆਵੀ ਪਦਾਰਥ ਦੇ ਜਾਂਦੇ ਨੇ। ਚਲੋ ਉਹਨਾਂ ਦੀ ਭਾਵਨਾ ਹੁੰਦੀ ਹੈ, ਉਹੀ ਕੁਝ ਹੁੰਦਾ ਹੈ ਉਹਨਾਂ ਦੇ ਕੋਲ ਦੇਣ ਦੇ ਲਈ। ਇਸ ਫਕੀਰ ਦੇ ਕੋਲ ਕਿੰਨੇ ਪੈਸੇ ਇਕੱਠੇ ਹੋ ਗਏ, ਕਾਫੀ ਪੈਸੇ ਇਕੱਠੇ ਹੋ ਗਏ। ਫਕੀਰ ਸੋਚਦਾ ਕਿ ਮੈਂ ਕੀ ਕਰਨੇ ਨੇ ਪੈਸੇ, ਮੈਂ ਕਿਸੇ ਗਰੀਬ ਨੂੰ ਦੇ ਆਉਣਾ, ਕਿਉਂਕਿ ਉਹਦੇ ਕੰਮ ਆਉਣਗੇ, ਮੇਰੇ ਤੇ ਕਿਸੇ ਕੰਮ ਹੈ ਨਹੀਂ, ਮੈਂ ਕਰਨੇ ਕੀ ਨੇ। ਫਕੀਰ ਨੇ ਉਹ ਪੈਸਿਆਂ ਵਾਲਾ ਆਪਣਾ ਝੋਲਾ ਚੁੱਕਿਆ, ਬਾਹਰ ਨਿਕਲਿਆ, ਦੇਖਾਂ ਕੋਈ ਗਰੀਬ ਮਿਲ ਜਾਏ, ਲੋੜਵੰਦ ਮਿਲ ਜਾਏ। ਅੱਗੇ ਕਿ ਇਸ ਇਲਾਕੇ ਦਾ ਹਾਕਮ ਕੋਈ ਚੌਧਰੀ ਜਿਹੜਾ ਸੀ ਨਾ, ਘੋੜੇ ਤੇ ਚੜ੍ਹੇ, ਹੱਥ 'ਚ ਉਹਨੇ ਕੋਰੜਾ ਫੜਿਆ ਹੋਇਆ ਤੇ ਇੱਕ ਗਰੀਬ ਨੂੰ ਕੁੱਟ ਰਿਹਾ। ਗਰੀਬ ਨੂੰ ਜ਼ੋਰ ਜ਼ੋਰ ਦੀ ਕੁੱਟ ਰਿਹਾ, ਇਸ ਕਰਕੇ ਕਿ ਇਹਦੇ ਕੋਲੋਂ ਮੈਂ ਪੈਸੇ ਲੈਣੇ ਸੀ ਜਾਂ ਮਾਮਲਾ ਲੈਣਾ ਸੀ, ਇਹਨੇ ਦਿੱਤਾ ਨਹੀਂ। ਫਕੀਰ ਦੇਖਦਾ ਹੈ ਕਿ ਹੁਣ ਦੋ ਗਰੀਬ ਨੇ, ਕਿਹਨੂੰ ਮੈਂ ਦੇਵਾਂ ਪੈਸੇ। ਇੱਕ ਉਹ ਜਿਹਨੂੰ ਕੁੱਟਿਆ ਜਾ ਰਿਹਾ ਹੈ ਤੇ ਇੱਕ ਉਹ ਜਿਹੜਾ ਘੋੜੇ ਤੇ ਚੜ੍ਹ ਕੇ ਕੁੱਟ ਰਿਹਾ ਤੇ ਉਦੋਂ ਜ਼ਿਆਦਾ ਗਰੀਬ ਹੈ। ਫਕੀਰ ਨੇ ਵਗਾਹ ਕੇ ਥੈਲਾ ਉਹ ਘੋੜੇ ਵੱਲ ਮਾਰਿਆ ਕਿ ਤੂੰ ਹੀ ਸਭ ਤੋਂ ਵੱਡਾ ਗਰੀਬ ਹੈ ਦੁਨੀਆ ਦਾ, ਆ ਲੈ ਲੈ ਪੈਸੇ। ਮਨੁੱਖ ਦੁਨਿਆਵੀ ਪਦਾਰਥ ਸਾਡੀ ਗੁਜਰਾਨ ਹੈ, ਪਰ ਇਹ ਸਾਡੀ ਅਮੀਰੀ ਦਾ ਚਿੰਨ੍ਹ ਨਹੀਂ ਹੈ। ਅਮੀਰੀ ਤੇ ਤਾਂ ਜੇ ਅੰਦਰੋਂ ਅਸੀਂ ਦਇਆ ਦੇ ਨਾਲ ਭਰੇ ਹਾਂ, ਲੋਕਾਂ ਦੇ ਦੁੱਖ ਦਰਦ ਨੂੰ ਸਮਝ ਸਕਦੇ ਹਾਂ। ਦੁਨਿਆਵੀ ਧਨ ਹੋਣਾ ਕੋਈ ਮਾੜੀ ਗੱਲ ਨਹੀਂ ਹੈ। ਅਮੀਰੀ ਦਾ ਸੰਬੰਧ ਦੁਨਿਆਵੀ ਵੱਧ ਘੱਟ ਧਨ ਦੇ ਨਾਲ ਨਹੀਂ ਹੈ ਕਿ ਵੱਧ ਆਏਗਾ ਅਮੀਰ ਹੈ, ਘੱਟ ਆਏਗਾ ਆਪਾਂ ਗਰੀਬ ਹਾਂ। ਅਮੀਰੀ ਦਾ ਸੰਬੰਧ ਮਨੁੱਖ ਦੇ ਗੁਣਾਂ ਦੇ ਨਾਲ ਹੈ। ਮਨੁੱਖ ਦੇ ਅੰਦਰ ਦਇਆ ਕਿੰਨੀ, ਮਨੁੱਖ ਦੇ ਅੰਦਰ ਪਿਆਰ ਕਿੰਨਾ ਹੈ, ਮਨੁੱਖ ਦੇ ਅੰਦਰ ਸੰਤੋਖ ਕਿੰਨਾ ਹੈ, ਮਨੁੱਖ ਦੇ ਅੰਦਰ ਲੋਕਾਂ ਦੇ ਲਈ ਹਮਦਰਦੀ ਕਿੰਨੀ ਕੋਈ, ਇਹਨੂੰ ਅਮੀਰੀ ਕਿਹਾ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ ਜਿਉਂ-ਜਿਉਂ ਪ੍ਰਮਾਤਮਾ ਦੇ ਨਾਮ ਵਿੱਚ ਜੁੜੇ ਨਾ, ਅਸੀਂ ਤ੍ਰਿਪਤ ਹੋ ਗਏ, ਰੱਜ ਗਏ, ਸਾਡੀਆਂ ਭੁੱਖਾਂ ਮਿਟ ਗਈਆਂ। ਦੇਖੋ ਪ੍ਰਮਾਤਮਾ ਦੇ ਨਾਮ ਵਿੱਚ ਜੁੜਦਿਆਂ ਕੀ ਹੁੰਦਾ ਹੈ। ਪਹਿਲੀ ਗੱਲ, ਪ੍ਰਮਾਤਮਾ ਦਾ ਭਰੋਸਾ ਸਾਡੇ ਅੰਦਰ ਪੈਦਾ ਹੁੰਦਾ ਹੈ, ਵਿਸ਼ਵਾਸ ਪੈਦਾ ਹੁੰਦਾ ਹੈ। ਕੀ ਵਿਸ਼ਵਾਸ ਪੈਦਾ ਹੁੰਦਾ ਹੈ ਕਿ ਜਿਸ ਪ੍ਰਮਾਤਮਾ ਨੇ ਜ਼ਿੰਦਗੀ ਦਿੱਤੀ, ਰੋਟੀ ਉਹਨੇ ਦੇਣੀ ਹੈ। ਜਦੋਂ ਪ੍ਰਮਾਤਮਾ ਦੇ ਪ੍ਰਤੀ ਵਿਸ਼ਵਾਸ ਪੈਦਾ ਹੋ ਜਾਏ ਉਦੋਂ ਅਸੀਂ ਅਮੀਰ ਹੁੰਦੇ। ਜਦੋਂ ਇਹ ਯਕੀਨ ਬਣ ਜਾਏ ਕਿ ਪ੍ਰਾਣੀ ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸੀ ਹੈ, ਜਲ ਮੈਂ ਜੰਤ ਉਪਾਇਨ ਤਿਨਾ ਪਿਰੋਜੀ ਦੇ। ਜੇ ਅਸੀਂ ਦੁਨਿਆਵੀ ਦੌਲਤ ਇਕੱਤਰ ਕਰਕੇ ਵੀ ਚਿੰਤਾ ਦੇ ਵਿੱਚ ਆ ਕਿ ਸਾਨੂੰ ਰੋਟੀ ਕਿਵੇਂ ਮਿਲੇਗੀ, ਅਸੀਂ ਅਮੀਰ ਨਹੀਂ ਹਾਂ, ਫਿਰ ਆਪਾਂ ਤੇ ਗਰੀਬ ਹੀ ਹਾਂ ਨਾ। ਇਸ ਕਰਕੇ ਅਮੀਰੀ ਇਸ ਗੱਲ ਵਿੱਚ ਹੈ ਕਿ ਸਾਡੇ ਅੰਦਰ ਇੱਕ ਭਰੋਸਾ ਕਾਇਮ ਹੋ ਜਾਏ ਕਿ ਰਿਜ਼ਕ ਰੱਬ ਨਹੀਂ ਦੇਣਾ। ਭਾਵੇਂ ਸਾਡੇ ਕੋਲ ਬਹੁਤ ਹੈ, ਪਰ ਰੋਟੀ ਪ੍ਰਮਾਤਮਾ ਦੀ ਦਿੱਤੀ ਆਪਾਂ ਖਾ ਰਹੇ ਹਾਂ, ਸਾਡਾ ਕੁਝ ਨਹੀਂ ਹੈ। ਮਨੁੱਖ ਅਮੀਰ ਉਦੋਂ ਗਿਣਿਆ ਜਾਣਾ ਜਦੋਂ ਅੰਦਰੋਂ ਨਿਰਭਉ ਹੋ ਜਾਏਗਾ, ਅੰਦਰੋਂ ਨਿਡਰ ਹੋ ਜਾਏਗਾ, ਉਹਨੂੰ ਕੋਈ ਡਰ ਨਹੀਂ ਰਹੇਗਾ। ਜੇ ਦੁਨਿਆਵੀ ਰੁਤਬੇ ਪ੍ਰਾਪਤ ਕਰਕੇ ਮਨੁੱਖ ਦੇ ਅੰਦਰ ਡਰ ਹੀ ਵੱਧਦਾ ਗਿਆ, ਸਹਿਮ ਵੱਧਦਾ ਗਿਆ, ਚਿੰਤਾ ਵੱਧਦੀ ਗਈ, ਉਹ ਤੇ ਅਮੀਰ ਨਾ ਹੋਇਆ, ਉਹ ਤੇ ਸਗੋਂ ਗਰੀਬ ਹੋ ਗਿਆ ਨਾ। ਬਾਹਰੀ ਤੌਰ ਤੇ ਪਦਾਰਥ ਹੋਣ ਦੇ ਨਾਲ ਕਈ ਵਾਰ ਮਨੁੱਖ ਗਰੀਬ ਹੀ ਹੁੰਦਾ ਚਲਿਆ ਜਾਂਦਾ, ਅੰਦਰੋਂ ਡਰਦਾ ਰਹਿੰਦਾ, ਅੰਦਰ ਉਹਦੇ ਚਿੰਤਾਵਾਂ ਪੈਦਾ ਹੁੰਦੀਆਂ ਜਾਂਦੀਆਂ ਨੇ। ਅਸਲੀ ਅਮੀਰੀ ਤੇ ਮਨ ਦੀ ਅਮੀਰੀ ਹੈ। ਉਹ ਅਮੀਰੀ ਮਿਲਦੀ ਹੈ ਪਰਮਾਤਮਾ ਦੇ ਪਿਆਰ ਵਿੱਚ ਜੁੜ ਕੇ। ਜਿਉਂ-ਜਿਉਂ ਮਨੁੱਖ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜਦਾ ਹੈ, ਤਿਉਂ-ਤਿਉਂ ਉਹਦੇ ਅੰਦਰ ਸੰਤੋਖ ਹੁੰਦਾ ਹੈ, ਤਿਉਂ-ਤਿਉਂ ਉਹਦੇ ਅੰਦਰ ਪ੍ਰਭੂ ਦਾ ਭਰੋਸਾ ਹੁੰਦਾ ਹੈ, ਤਿਉਂ-ਤਿਉਂ ਉਹਦੇ ਅੰਦਰ ਨਿਰਵੈਰਤਾ ਹੁੰਦੀ। ਇਹ ਸਾਡੀ ਜ਼ਿੰਦਗੀ ਦਾ ਧਨ ਹੈ। ਤੇ ਬਾਬਾ ਕਬੀਰ ਸਾਹਿਬ ਜੀ ਨੇ ਇੱਕ ਗੱਲ ਕਹੀ ਸੀ, ਬੰਦਿਆ ਰੋਜ਼ ਪ੍ਰਮਾਤਮਾ ਦੇ ਸਿਮਰਨ ਵਿੱਚ ਜੁੜਿਆ ਕਰ। ਜਦੋਂ ਅਸੀਂ ਆਏ ਸਾਂ ਬੜੇ ਅਮੀਰ ਸਾਂ। ਦੇਖੋ ਬੱਚਾ ਜਿਹੜਾ ਹੈ ਨਾ, ਉਹਨੂੰ ਕੋਈ ਚਿੰਤਾ ਨਹੀਂ ਹੁੰਦੀ। ਬੱਚਾ ਬੜਾ ਬੇਪਰਵਾਹ ਹੁੰਦਾ ਹੈ ਔਰ ਬੜਾ ਹੀ ਭੋਲਾ, ਐਨ ਹਰ ਕਿਸੇ ਨਾਲ ਪਿਆਰ, ਜਿਹੜਾ ਉਹਨੂੰ ਪਿਆਰ ਕਰੇ ਉਹਦੇ ਨਾਲ ਪਿਆਰ ਹੀ ਕਰਦਾ ਹੈ। ਲੇਕਿਨ ਜਿਉਂ-ਜਿਉਂ ਬੱਚਾ ਸਿਆਣਾ ਹੁੰਦਾ ਹੈ ਨਾ, ਜਿਉਂ-ਜਿਉਂ ਬੱਚਾ ਸਿਆਣਾ ਹੁੰਦਾ ਹੈ, ਉਹਦੇ ਅੰਦਰੋਂ ਸੰਤੋਖ, ਉਹਦੇ ਅੰਦਰੋਂ ਇਹ ਪਿਆਰ, ਉਹਦੇ ਅੰਦਰੋਂ ਇਹ ਜਿਹੜਾ ਸਹਿਜ ਖਤਮ ਹੁੰਦਾ ਚਲਿਆ ਜਾਂਦਾ ਹੈ। ਬਾਬਾ ਕਬੀਰ ਸਾਹਿਬ ਜੀ ਨੇ ਇੱਕ ਬਚਨ ਕਿਹਾ, ਬੰਦਿਆ ਰੋਜ਼ ਪ੍ਰਮਾਤਮਾ ਨੂੰ ਚੇਤੇ ਕਰਿਆ ਕਰ। ਕਾਮ ਭਰੇ ਹਰ ਸਿਮਰੀ ਹੈ, ਐਸਾ ਸਿਮਰੋ ਨਿਤ। ਕੰਮ ਪੈਂਦਾ ਅਸੀਂ ਪ੍ਰਮਾਤਮਾ ਦਾ ਸਿਮਰਨ ਕਰਦੇ ਹਾਂ ਨਾ, ਵਾਹਿਗੁਰੂ ਮਿਹਰਾਂ ਕਰਦਾ, ਬਖਸ਼ਾਂ ਕਰਦਾ। ਜਿਹੜੇ ਪਿਆਰ ਨਾਲ ਪ੍ਰਮਾਤਮਾ ਦੇ ਪਿਆਰ ਜੁੜਦੇ ਨੇ ਉਹਨਾਂ ਦੇ ਕੰਮ ਰਾਸ ਹੁੰਦੇ ਨੇ।
पर बाबा कबीर साहब जी कहते काम परे हर सिमरी है। ਜਦੋਂ ਸਾਨੂੰ ਕੰਮ ਪੈਂਦਾ ਅਸੀਂ परमात्मा ਨੂੰ ਚੇਤੇ ਕਰਦੇ, ਔਰ ਚੇਤੇ ਕਿੰਨੀ ਇਕਾਗਰਤਾ ਨਾਲ ਕਰਦੇ। ਸਾਡੀ ਜ਼ਿੰਦਗੀ 'ਚ ਕੋਈ ਵਿਘਨ ਆ ਜਾਏ, ਕੋਈ ਲੋੜ ਆ ਜਾਏ, ਕੋਈ ਕੰਮ ਆ ਜਾਏ, ਦੇਖੋ ਅਸੀਂ ਇਕਾਗਰ ਚਿਤ ਹੋ ਕੇ ਗੁਰੂ ਕੋਲ ਅਰਦਾਸ ਕਰਦੇ ਹਾਂ। ਕਈ ਵਾਰੀ ਆਪਣੇ ਭੈਣਾਂ ਭਰਾਵਾਂ ਨੂੰ, ਰਿਸ਼ਤੇਦਾਰਾਂ ਨੂੰ ਵੀ ਕਹਿੰਦੇ ਆਓ ਅਰਦਾਸ ਹੋਏ ਤੁਸੀਂ ਹਾਜ਼ਰੀ ਭਰੋ। ਤੇ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਐਸਾ ਸਿਮਰੋ ਨਿਤ, ਇੰਨੀ ਇਕਾਗਰਤਾ ਦੇ ਨਾਲ ਰੋਜ਼ ਹੀ ਪ੍ਰਮਾਤਮਾ ਨੂੰ ਚੇਤੇ ਕਰਿਆ ਕਰ। ਇੰਨੇ ਪਿਆਰ ਨਾਲ, ਇੰਨੀ ਸ਼ਰਧਾ ਨਾਲ, ਉਚੇਚ ਨਾਲ ਪ੍ਰਮਾਤਮਾ ਨੂੰ ਰੋਜ਼ ਹੀ ਚੇਤੇ ਕਰਿਆ ਕਰ। ਮਨੁੱਖ ਇੰਨਾ ਕੰਮ ਪਿਆ, ਪ੍ਰਮਾਤਮਾ ਨੂੰ ਚੇਤੇ ਕੀਤਾ, ਕੰਮ ਰਾਸ ਹੋ ਗਿਆ, ਤੇ ਹੁਣ ਕੀ ਲੋੜ ਹੈ? ਕਿਉਂਕਿ ਮਨੁੱਖ ਸਵਾਰਥੀ ਹੈ ਨਾ। ਮਨੁੱਖ ਨੇ ਤੇ ਰੱਬ ਦੇ ਨਾਲ ਰਿਸ਼ਤਾ ਇਦਾਂ ਦਾ ਰੱਖਿਆ ਹੈ ਜਿਵੇਂ ਦੁਕਾਨ ਤੇ ਨਹੀਂ ਹੁੰਦਾ ਕਿ ਲੋੜ ਹੈ ਚਲੇ ਜਾਓ, ਪੈਸੇ ਦਿਓ ਤੇ ਚੀਜ਼ ਲਿਆਓ, ਬਿਨਾਂ ਲੋੜ ਤੋਂ ਜਾਣ ਦੀ ਲੋੜ ਹੀ ਕੀ ਹੈ? ਰੱਬ ਦੇ ਨਾਲ ਰਿਸ਼ਤਾ ਕੁਝ ਇਸ ਤਰ੍ਹਾਂ ਦਾ ਅਸੀਂ ਬਣਾ ਲਿਆ। ਲੋੜ ਹੈ ਤੇ ਗੁਰਦੁਆਰੇ ਚਲ ਜਾਓ, ਲੋੜ ਹੈ ਤੇ ਅਰਦਾਸ ਕਰ ਲਓ, ਲੋੜ ਹੈ ਤੇ ਪਾਠ ਕਰ ਲਓ। ਆਪਾਂ ਦੇਖਦੇ ਨਾ ਕਈ, ਜਿਹੜਾ ਵੀ ਬਾਣੀ ਪੜ੍ਹਦਾ ਬਹੁਤ ਸਤਿਕਾਰਯੋਗ ਹੈ, ਉਹਨੂੰ ਨਮਸਕਾਰ ਹੈ ਜਿੱਦਾਂ ਵੀ ਪੜ੍ਹਦਾ। ਪਰ ਕਈ ਵਾਰ ਆਪਾਂ ਦੇਖਦੇ ਕਈ ਲੋਕ ਉਚੇਚੇ ਤੌਰ ਤੇ ਨਾ ਬੜਾ ਲੁਕ ਲੁਕ ਕੇ ਗੁਰਦੁਆਰੇ ਆ ਕੇ ਪਾਠ ਕਰਨਗੇ। ਉਹਦਾ ਕਾਰਨ ਕਿ ਉਹਨਾਂ ਨੂੰ ਕੋਈ ਖਾਸ ਲੋੜ ਹੈ, ਕੋਈ ਵਿਘਨ ਆਇਆ, ਤੇ ਉਹ ਸੋਚਦੇ ਕਿ ਇੱਥੇ ਬੈਠ ਕੇ ਹੁਣ ਗੁਰੂ ਸਾਡੀ ਗੱਲ ਬਹੁਤ ਹੀ ਸੁਣੇਗਾ। ਪਾਠ ਕਰਨਾ ਤਾਂ ਚੰਗੀ ਗੱਲ ਹੈ, ਪਰ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਜਿਵੇਂ ਤੁਹਾਨੂੰ ਲੋੜ ਹੁੰਦੀ ਹੈ ਨਾ, ਤੇ ਤੁਸੀਂ ਇਕਾਗਰ ਚਿੱਤ ਹੋ ਕੇ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਦੇ ਹੋ, ਕਰਨੀ ਚਾਹੀਦੀ ਹੈ, ਕਰਨਾ ਸਾਡਾ ਹੱਕ ਹੈ। ਐਸਾ ਸਿਮਰੋ ਨਿਤ, ਹਰ ਰੋਜ਼ ਹੀ ਇੱਦਾਂ ਪ੍ਰਮਾਤਮਾ ਨੂੰ ਉਚੇਚੇ ਤੌਰ ਤੇ ਯਾਦ ਕਰਿਆ ਕਰੋ। ਤੇ ਮਨੁੱਖ ਕਹਿੰਦੇ ਜੇ ਰੋਜ਼ ਚੇਤੇ ਕਰਾਂਗੇ ਤੇ ਕੀ ਹੋਵੇਗਾ? ਕਿਉਂਕਿ ਕੰਮ ਪਿਆ, ਚੇਤੇ ਕੀਤਾ, ਕੰਮ ਰਾਸ ਹੋ ਗਿਆ, ਤੇ ਹੁਣ ਕੀ ਲੋੜ ਹੈ? ਜਿਵੇਂ ਸੌਦਾ ਲੋੜ ਹੈ ਦੁਕਾਨ ਤੋਂ ਲੈਣ ਚਲੇ ਗਏ, ਤੇ ਹੁਣ ਕੀ ਲੋੜ ਹੈ ਜਾਣ ਦੀ ਦੁਕਾਨ ਤੇ? ਪਰਮਾਤਮਾ ਦੇ ਨਾਲ ਇਹੋ ਜਿਹਾ ਵਿਹਾਰ ਨਹੀਂ ਕਰਨਾ ਕਿ ਸਾਨੂੰ ਲੋੜ ਹੈ ਤੇ ਤਾਂ ਹੀ ਹੈ। ਜੇ ਲੋੜ ਲਈ ਰੱਬ ਨੂੰ ਚੇਤੇ ਕਰਨਾ ਹੈ, ਤੇ ਬਾਬਾ ਫਰੀਦ ਸਾਹਿਬ ਜੀ ਨੇ ਕਿਹਾ ਸੀ ਕਿ ਜੇ ਲੋਭ ਹੈ ਨਾ ਤੇ ਇਹ ਭਗਤੀ ਨਹੀਂ ਹੈ। ਬਾਬਾ ਕਬੀਰ ਸਾਹਿਬ ਜੀ ਦਾ ਇਹ ਵਚਨ ਹੈ ਕਿ ਜੇ ਲੋਭ ਹੈ ਜਾਨ ਲੱਭ ਤਾਂ ਨੇਹੋ ਕਿਹਾ, ਲੱਭ ਤਾਂ ਕੂੜਾ ਨੇਹੋ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜੇ ਲੋਭ ਹੈ, ਸਵਾਰਥ ਹੈ, ਤੇ ਇਹਨੂੰ ਅਸੀਂ ਪਿਆਰ ਨਹੀਂ ਕਹਿ ਸਕਦੇ, ਇਹ ਝੂਠਾ ਪਿਆਰ ਹੈ। ਤੇ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਐਸਾ ਸਿਮਰੋ ਨਿਤ, ਬੰਦਿਆ ਰੋਜ਼ ਇਸੇ ਤਰੀਕੇ ਨਾਲ ਜਿੱਦਾਂ ਤੈਨੂੰ ਕੰਮ ਪੈਂਦਾ ਤੂੰ ਚੇਤੇ ਕਰਦਾ, ਪ੍ਰਮਾਤਮਾ ਨੂੰ ਚੇਤੇ ਕਰਿਆ ਕਰ। ਜੇ ਤੂੰ ਚੇਤੇ ਕਰੇਗਾ ਅਮਰਾਪੁਰ ਬਾਸਾ ਕਰੋ, ਤੂੰ ਅਮਰਪੁਰੀ ਦਾ ਵਾਸੀ ਬਣ ਜਾਏਗਾ। ਅਮਰ ਜਿੱਥੇ ਕੋਈ ਗਮ ਨਹੀਂ ਹੋਏਗਾ, ਜਿਹਨੂੰ ਬੇਗਮਪੁਰਾ ਕਹਿੰਦੇ, ਅਮਰਪੁਰ ਜਿੱਥੇ ਕੋਈ ਚਿੰਤਾ ਨਹੀਂ ਹੋਏਗੀ, ਜਿੱਥੇ ਕੋਈ ਫਿਕਰ ਨਹੀਂ ਹੋਏਗਾ। ਤੂੰ ਅਜਿਹੀ ਅਵਸਥਾ ਚਲਿਆ ਜਾਏਗਾ ਜਿੱਥੇ ਤੈਨੂੰ ਕੋਈ ਚਿੰਤਾ ਹੀ ਨਹੀਂ ਰਹੇਗੀ ਜ਼ਿੰਦਗੀ ਦੇ ਅੰਦਰ। ਦੇਖੋ ਸਾਨੂੰ ਲੋੜ ਪੈਂਦੀ, ਅਸੀਂ ਅਰਦਾਸ ਕਰ ਲਈ, ਸਾਡੀ ਲੋੜ ਪੂਰੀ ਹੋ ਗਈ, ਚਿੰਤਾਵਾਂ ਤਾਂ ਨਹੀਂ ਮੁੱਕ ਜਾਂਦੀਆਂ, ਹੋਰ ਲੋੜ ਪਈ ਰਹਿੰਦੀ ਹੈ, ਫਿਰ ਕੋਈ ਨਾ ਕੋਈ ਵਿਘਨ ਖੜਾ ਰਹਿੰਦਾ, ਫਿਰ ਕੋਈ ਨਾ ਕੋਈ ਸਾਡੀ ਜ਼ਿੰਦਗੀ ਦੇ ਅੰਦਰ ਲੋੜਾਂ ਹੁੰਦੀਆਂ ਜਾਂਦੀਆਂ ਨੇ। ਤੇ ਸਤਿਗੁਰੂ ਜੀ ਕਹਿੰਦੇ ਆਪਾਂ ਕੰਮ ਹੀ ਉਹ ਕਰੀਏ ਕਿ ਸਾਡੀ ਜ਼ਿੰਦਗੀ ਚੋਂ ਚਿੰਤਾਵਾਂ ਹੀ ਮੁੱਕ ਜਾਣ, ਸਾਨੂੰ ਉਚੇਚਾ ਮੰਗਣ ਦੀ ਲੋੜ ਹੀ ਨਾ ਰਹੇ, ਅਸੀਂ ਬੇਫਿਕਰ ਹੋ ਜਾਈਏ। ਸਾਹਿਬ ਜੀ ਕਹਿੰਦੇ ਨੇ ਉਹ ਪ੍ਰਮਾਤਮਾ ਨੂੰ ਚੇਤੇ ਕਰਾਂਗੇ, ਅਮਰਪੁਰੀ ਦੇ ਵਾਸੀ ਬਣ ਜਾਵਾਂਗੇ। ਹਰ ਗਿਆ ਬੋਹਰੇ ਬਿਤ, ਬਿਤ ਦਾ ਅਰਥ ਹੁੰਦਾ ਹੈ ਪਦਾਰਥ, ਵਸਤੂ, ਦੌਲਤ, ਧਨ। ਸਾਡੀ ਜ਼ਿੰਦਗੀ 'ਚ ਬੜਾ ਕੀਮਤੀ ਧਨ ਸੀ ਜਦੋਂ ਅਸੀਂ ਆਏ ਸਾਂ, ਜਿੱਥੇ ਵਾਹਿਗੁਰੂ ਜੀ ਨੇ ਸਾਡੇ ਅੰਦਰ ਇੱਕ ਖਜ਼ਾਨਾ ਰੱਖਿਆ ਹੈ ਨਾ, ਹਰ ਮਨੁੱਖ ਦੇ ਅੰਦਰ ਹੈ, ਹਰ ਮਨੁੱਖ ਅਮੀਰ ਹੈ, ਕੋਈ ਮਨੁੱਖ ਗਰੀਬ ਨਹੀਂ ਇਸ ਧਰਤੀ ਤੇ ਆਇਆ, ਕਿਸੇ ਨੂੰ ਘੱਟ ਨਹੀਂ ਭੇਜਿਆ ਪ੍ਰਮਾਤਮਾ ਨੇ। ਹੁਣ ਲੇਖ ਤੇ ਮਨੁੱਖ ਨੇ ਆਪ ਲਿਖਣੇ ਸੀ ਆਪਣੇ। ਮੈਂ ਮਾੜੇ ਕੰਮ ਕਰਾਂ ਤੇ ਮੈਂ ਕਹਾਂ ਜੀ ਰੱਬ ਨੇ ਮੇਰੇ ਲੇਖ ਹੀ ਮਾੜੇ ਲਿਖੇ ਨੇ। ਦੇਖੋ ਨਾ, ਮਾੜੇ ਕੰਮਾਂ ਦੀ ਪ੍ਰੇਰਣਾ ਅਸੀਂ ਝੱਟ ਲੈ ਲੈਂਦੇ ਹਾਂ, ਫਿਰ ਸਾਨੂੰ ਕੋਈ ਨਾਮ ਹੀ ਕਿ ਮਾੜੇ ਕੰਮਾਂ ਨੂੰ ਅਸੀਂ ਬੜਾ ਭੱਜੇ ਜਾਂਦੇ ਹਾਂ। ਮਨੁੱਖ ਦੇ ਮਨ ਦਾ ਇੱਕ ਸੁਭਾਅ ਹੈ ਨੀਵੇਂ ਪਾਸੇ ਜਾਣਾ, ਔਗਣਾਂ ਵਾਲੇ ਬੰਨੇ ਭੱਜ ਕੇ ਜਾਂਦਾ। ਇਸ ਮਨ ਜਿਹੜਾ ਨੀਵੇਂ ਪਾਸੇ ਭੱਜ ਕੇ ਜਾਂਦਾ, ਲੇਕਿਨ ਜ਼ਿੰਦਗੀ 'ਚ ਤੁਸੀਂ ਉੱਚੇ ਉੱਠਣਾ ਹੈ ਨਾ, ਭਾਵੇਂ ਦੁਨਿਆਵੀ ਪੱਖ ਤੋਂ ਤੇ ਭਾਵੇਂ ਆਤਮਿਕ ਪੱਖ ਤੋਂ, ਭਾਵੇਂ ਕਿਸੇ ਵੀ ਪੱਖ ਤੋਂ। ਦੁਨੀਆ 'ਚ ਤੁਸੀਂ ਧਨ ਨਹੀਂ ਕਮਾਉਣਾ ਤੇ ਕਿੰਨੀ ਮਿਹਨਤ ਕਰਨੀ ਪੈਂਦੀ ਹੈ। ਦੁਨੀਆ ਤੁਸੀਂ ਕੋਈ ਐਜੂਕੇਸ਼ਨ ਲੈਣੀ ਤੇ ਕਿੰਨੀ ਮਿਹਨਤ ਕਰਨੀ ਪੈਂਦੀ, ਡਾਕਟਰ ਬਣਨਾ ਕਿੰਨੀ ਮਿਹਨਤ ਕਰਨੀ ਪੈਂਦੀ ਹੈ, ਕੋਈ ਸੌਖਾ ਕੰਮ ਨਹੀਂ ਹੈ। ਜ਼ਿੰਦਗੀ 'ਚ ਵੀ ਕਿਸੇ ਪੱਖ ਤੋਂ ਤੁਸੀਂ ਅੱਗੇ ਵਧਣਾ ਹੈ ਤੇ ਉਹਦੇ ਲਈ ਬੜੀ ਮਿਹਨਤ ਕਰਨੀ ਪੈਂਦੀ ਹੈ, ਬੜੇ ਯਤਨ ਕਰਨੇ ਪੈਂਦੇ ਨੇ। ਤੇ ਗੁਰਬਾਣੀ ਕਹਿੰਦੀ ਜੇ ਤੁਸੀਂ ਜ਼ਿੰਦਗੀ ਦੇ ਵਿੱਚ ਉੱਚੇ ਉੱਠਣਾ ਹੈ ਨਾ, ਫਿਰ ਮਿਹਨਤ ਤੇ ਕਰਨੀ ਪਏਗੀ। ਪਰ ਮਨ ਜਿਹੜਾ ਨਾ ਸੌਖੇ ਸੌਖੇ ਕੰਮ ਲੱਭਦਾ, ਸੌਖੇ ਸੌਖੇ।
परमात्मा के मार्ग ते चलण दे लई भी घालना करनी पैंदी है। मनुख दा मन नीवें पासे बहुता जांदा है। वो जिहड़ा इहदे अंदर धन सी ना, दौलत सी जिहड़ी, वो लुटी गई। जे अंदर दौलत है तो अंदर चोर भी बैठे हुए ने। जिथे दौलत होएगी उत्थे ते चोरां ने आउणा ही आउणा। हुण चोर कोई चीज़ लुट के लै गए, तुसीं चोरां नूं माड़ा कहो, ये तुहाडी गलती है। चोर माड़े नहीं, चोरां ने अपनी ड्यूटी की है। उन्हां दी ड्यूटी है लुटना, चोरी करना उन्हां दी ड्यूटी है। ये तो घर वाले दी जिम्मेवारी सी अपने घर नूं बचा के रखना, अपने घर दे प्रति सुचेत रहना। असीं घरां च रहिंदे आ, घर नूं बचा के रखना साडी जिम्मेवारी है। समाज नूं बचा के रखना साडी जिम्मेवारी है। कौम नूं बचा के रखना साडी जिम्मेवारी है। असीं एवें उलामे करी जी फलाना साडा बहुत नुकसान कर रहे हैं। असीं ना दोगलापन वरतदे हैं, दोगलापन। एक बने असीं अपनी बहादरी दीयां डींगां बड़ियां मारदे हैं। बजुर्गों के कारनामे चेते कर करके ना असीं करने चाहिए ने, वो साडा हक है। पर असीं एक बने बजुर्गों दीयां कारनामे बहादरी दीयां गल्लां करके डींगां बड़ियां मारदे, साडी कौम बड़ी बहादुर है, साडी कौम बड़ी तगड़ी। तो एक बने रोंदे बड़ा कि सानू फलाना मार रहा है, फलाने ते बड़ा जुल्म कीता, फलाने ने साडी सुनी नहीं, इन्ने साल हो गए अदालतां च फिरदे हां। ये दोगलापन है साडा। बहादुर लोग जिहड़े ने वो इदां फिर रोंदे नहीं है, वो लोगों नूं उलामे नहीं दिंदे। वो अपना विश्लेषण करते हैं कि असीं कित्थे कमज़ोर हैं तो सानू क्यों मार खानी पई। चोर दा काम तो चोरी करना है, विरोधी दा काम तो विरोधता करना है। जो विरोधता ना करे तो विरोधी कहदा है भाई। इस करके साडे अंदर भी चोर बैठे ने, जिवें समाज च चोर बैठे ने, जिवें मुल्क दे अंदर चोर बैठे ने, जे कौमां दे सिद्धांत नूं चोरी करन दे लई चोर बैठे ने। बिल्कुल साडे अंदर चोर बैठे ने। सतगुरु जी कहते हैं इस देही अंदर पंच चोर वसे, काम क्रोध लोभ मोह अहंकारा, अमृत लूटे सागत नहीं बूझे, कोई ना सुने पुकारा। जदों लुटे गए किसी ने पुकार नहीं सुननी। मतां तुसीं कहो कि असीं कौमी तौर ते लुटे गए, कोई अदालत साडी पुकार सुन लेगी। अदालतां तुहाडीआं पुकारां सुन ली नहीं है। ये एक भरम है कि अदालत साडी को पुकार सुन लेगी। जे अदालतां न्याय देण ते दुनिया लुटी क्यों जाए भला? जे अदालतां अपनी ड्यूटी करन ते लोकां दे नाल धक्का होवे ही क्यों? बिल्कुल नहीं होएगा जदों अदालतां अदालतां रहणगीਆਂ। पर ये अदालतां अदालतां ही नहीं है। ये अदालतां ते उन्हां दीयां जिन्हां दे कोल ताकत है, जिन्हां दे कोल पावर है। देखो ना, आम बंदा क्राइम करदा है तो झट फड़ के जेल सुट दिता जांदा है। ते जिन्ने वड्डे वड्डे मुल्क नूं लुट्टण वाले अज तक वो फड़िया गया मुल्क नूं लुट्टण वाला कदी भी नहीं फड़िया जांदा। ना वो कदी जेलों जाते, ना उन्होंने कोई स्पैशल एक्ट लगते हैं। स्पैशल एक्ट तो आम लोगों लिए ने, लोगों को गुलाम बनाने लिए ने। ये कोई मुल्क नूं वधिया चलाउण लिए नहीं है। आम लोगों को दबा के रखने लिए स्पैशल कानून बनते हैं। कभी कोई इहो जिहा स्पैशल कानून बनिया कि मुल्क नूं लुट के कोई इंग्लैंड चल गया, तुहानूं फड़ के लियाउणा स्पैशल कानून बना लो? कोई नहीं बनया अज तक, ना बनना है। क्योंकि ये कानून आम लोगों लिए ने, आम जनता लिए ने, उन्होंने काबू करने लिए ने। इस करके बिल्कुल जिमें समाज, जिमें कौम, तिवें साडी जिंदगी भी है। जे असीं अंदरों लुटे गए तो कोई ना सुने पुकारा, किसी ने पुकार नहीं सुननी कि देखो जी साडे अंदरों है कुछ लुटिया गया, साडे नाल न्याय नहीं हो रहा। लुटिया गया तो इहदे च असीं जिम्मेवार हाँ, होर कोई जिम्मेवार नहीं है। जे वाहिगुरू जी ने जिंदगी महान दिती है, जिन्नियां वड्डियां चीज़ां हुंदियां ने, जिन्नियां कीमती चीज़ां हुंदियां ने, उन्हां ही उन्हां दे प्रति ना जिम्मेवारी बहुती वध जांदी है। तुहाडे कोल डायमंड ने, हीरे ने, जवाहरात ने, उन्होंने रखने के लिए फिर बकायदा लॉकर वधिया बनाने, लुका के रखते हैं किते चोरी ना हो जाए। उन्होंने किन्ने वधिया थां ते रखिया हुंदा है। तुहाडे कोल कोले ही ने तो उहदे लई काहदी जिम्मेवारी है? कोले तो सड़क ते पे इन्हां नूं कोई खतरा नहीं। पे हुंदे ने कोलियां दीयां दुकानां दे वेखो बाहर ही जाके पे हुंदे ने, कोई गल नहीं है। रेत बाहर ही पई हुंदी है, कोई गल नहीं है। जिन्नियां कीमती चीज़ां ने उन्नी जिम्मेवारी बहुत ही बन जाती है। जिन्नी जिंदगी कीमती है, जिन्ना साडे अंदर खजाना कीमती, उन्नी जिम्मेवारी बहुत ही है साडी। पर असीं उधर जिम्मेवारी नहीं हुंदे। असीं उन्ने लापरवाह हो गए तो साडे अंदरों वो एक खजाना जिहड़ा सी ना लुटिया गया। जो बचपन में सी साडे कोल निमरता, प्यार, दया, वो लुटी गई। हुण साडे अंदर हंकार आ गया। असीं हंकार प्रगट करके सोचदे असीं बड़े अमीर हां। हंकार नूं अमीरी का एक प्रतीक गिणिया जान लग पिया। बहुता फूकां फाकां जियां मारे किसी ना नाम मिले आप कहते बड़ा अमीर है। ये अमीरी का एक चिन्ह गिणिया जान लग पिया। बहुता लोगों मत्थे ते त्यूड़ी पा के बोले आप कहने बड़ा अमीर है। अमीरी का एक चिन्ह गिणिया जान लग पिया। ये चिन्ह नहीं सी। अमीरी का चिन्ह सी लोगों के नाल प्यार,
ਲੋਕਾਂ ਦੇ ਪ੍ਰਤੀ ਵਧੀਆ ਵਿਹਾਰ, ਅਮੀਰੀ ਦਾ ਚਿੰਨ੍ਹ ਸੀ। ਲੋਕਾਂ ਦੇ ਪ੍ਰਤੀ ਤੁਸੀਂ ਆਪਣਾ ਦਰਿਆ ਦਿਲ ਵਰਤੋ। ਸਤਿਗੁਰੂ ਜੀ ਕਹਿੰਦੇ ਜਿਹੜਾ ਤੁਹਾਡੇ ਅੰਦਰੋਂ ਇਹ ਖਜ਼ਾਨਾ ਲੁੱਟਿਆ ਗਿਆ ਨਾ, ਪੰਜਾਂ ਚੋਰਾਂ ਨੇ ਲੁੱਟ ਲਿਆ। ਜਦੋਂ ਤੁਸੀਂ ਪਰਮਾਤਮਾ ਦੇ ਪਿਆਰ ਵਿੱਚ ਜੁੜੋਗੇ, ਹਰ ਗਿਆ ਬਹੋਰੈ ਬਿੱਤ, ਪਰਮਾਤਮਾ ਤੁਹਾਡੇ ਉਸ ਗਏ ਹੋਏ ਖਜ਼ਾਨੇ ਨੂੰ, ਲੁੱਟੇ ਹੋਏ ਖਜ਼ਾਨੇ ਨੂੰ ਮੁੜ ਕੇ ਤੁਹਾਡੇ ਅੰਦਰ ਲਿਆ ਦੇਵੇਗਾ। ਖਜ਼ਾਨਾ ਮਿਲ ਸਕਦਾ ਹੈ। ਗੁਰਬਾਣੀ ਨੇ ਕਿਸੇ ਮਨੁੱਖ ਨੂੰ ਕਿਤੇ ਨਿਰਾਸ਼ ਨਹੀਂ ਕੀਤਾ। ਗੁਰੂ ਗ੍ਰੰਥ ਸਾਹਿਬ ਜੀ ਦੀ ਵਡਿਆਈ ਕੀ ਹੈ? ਆਪਾਂ ਕਿਉਂ ਗੁਰਬਾਣੀ ਦੀ ਵਾਰ-ਵਾਰ ਗੱਲ ਕਰਦੇ ਹਾਂ? ਦੁਨੀਆ ਦੇ ਧਰਮ ਗ੍ਰੰਥ ਪੜ੍ਹਿਆ ਕਰੋ, ਹੋਰ ਵੀ ਬੜੀ ਚੰਗੀ ਗੱਲ, ਪੜ੍ਹਨੇ ਚਾਹੀਦੇ ਨੇ। ਪਰ ਅਸੀਂ ਹੋਰ ਤੇ ਤਾਂ ਪੜਾਂਗੇ ਜੇ ਆਪਣੇ ਪੜ੍ਹੇ ਹੋਣ, ਤਾਂ ਆਪਣੇ ਤੇ ਜੇ ਪੜ੍ਹੇ ਨਹੀਂ ਅਸੀਂ। ਗੁਰਬਾਣੀ ਇੰਨੀ ਮਹਾਨ ਹੈ ਕਿ ਗੁਰਬਾਣੀ ਸਾਨੂੰ ਕਿਤੇ ਵੀ ਨਿਰਾਸ਼ ਨਹੀਂ ਕਰਦੀ। ਗੁਰਬਾਣੀ ਕਿੰਨੀ ਕੀ ਹੋ ਗਿਆ ਜੇ ਲੁੱਟੇ ਗਏ ਹੋ, ਤੇ ਫਿਰ ਵੀ ਢੇਰੀ ਢਾਉਣ ਦੀ ਲੋੜ ਨਹੀਂ ਹੈ, ਨਿਰਾਸ਼ ਹੋਣ ਦੀ ਲੋੜ ਨਹੀਂ ਹੈ। ਅਜੇ ਵੀ ਸੁਚੇਤ ਹੋ ਜਾਓ, ਅਜੇ ਜ਼ਿੰਦਗੀ ਪਈ ਹੈ। ਹੁਣ ਵੀ ਪ੍ਰਮਾਤਮਾ ਦੇ ਪਿਆਰ ਜੁੜੋ, ਤੁਸੀਂ ਫਿਰ ਅਮੀਰ ਬਣ ਸਕਦੇ ਹੋ। ਸਤਿਗੁਰੂ ਜੀ ਨੇ ਕਥਾ ਤੇ ਜਿੱਥੇ ਕਿਹਾ ਨਾ ਕਿ ਕਾਇਆ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਇ ਲੇਖ ਪਏ, ਅੱਗੇ ਜਾ ਕੇ ਇੱਕ ਬੜੀ ਪਿਆਰੀ ਗੱਲ ਕੀ ਕਿ ਸਾਡਾ ਇਹ ਸਰੀਰ ਜਿਹੜਾ ਨਾ ਲੋਹਾਰ ਦੀ ਦੁਕਾਨ ਦੀ ਨਿਆਈ ਹੈ, ਅਹਰਣ ਦੀ ਨਿਆਈ ਹੈ, ਜਿਹਦੇ ਵਿੱਚ ਲੋਹੇ ਨੂੰ ਰੱਖ ਕੇ ਨਾ ਭੱਠੀ 'ਚ ਸਾੜਿਆ ਜਾਂਦਾ ਹੈ, ਗਰਮ ਕੀਤਾ ਜਾਂਦਾ ਹੈ। ਕਈ ਵਾਰੀ ਲੋਹਾ ਸੜਦਾ ਰਹੇ, ਸੜ ਕੇ ਤੇ ਉਹ ਐਵੇਂ ਮੈਲ ਜੀ ਬਣ ਜਾਂਦਾ, ਖਿੰਗਰ ਬਣ ਜਾਂਦਾ, ਨਕੰਮਾ ਹੋ ਜਾਂਦਾ, ਕਿਸੇ ਕੰਮ ਦਾ ਨਹੀਂ ਲੈਂਦਾ। ਸਤਿਗੁਰੂ ਜੀ ਕਹਿੰਦੇ ਕਾਇਆ ਆਰੜ ਮਨ ਵਿੱਚ ਲੋਹਾ, ਪੰਚ ਅਗਨ ਤਿਤ ਲਾਗ ਰਹੀ। ਸਾਡਾ ਕਾਇਆ ਸਰੀਰ ਲੋਹਾਰ ਦੀ ਉਹ ਦੁਕਾਨ ਹੈ, ਮਨ ਇਹਦੇ ਵਿੱਚ ਲੋਹੇ ਦੀ ਨਿਆਈ ਹੈ। ਇੱਥੇ 5 ਤਰ੍ਹਾਂ ਦੀ ਅੱਗ ਬਲ ਰਹੀ ਹੈ, ਕਾਮ ਕ੍ਰੋਧ ਲੋਭ ਹੰਕਾਰ ਦੀ। ਸਾਡਾ ਮਨ ਜਿਹੜਾ ਨਾ ਸੜ ਕੇ ਐਨ ਨਕੰਮਾ ਬਣ ਗਿਆ, ਭਿਆ ਮਨੂਰ ਕੰਚਨ ਫਿਰ ਹੋਵੇ, ਮਨੂਰ ਨਕੰਮਾ ਬਣ ਗਿਆ। ਪਰ ਸਤਿਗੁਰੂ ਜੀ ਕਹਿੰਦੇ ਨਿਰਾਸ਼ ਹੋਣ ਦੀ ਲੋੜ ਨਹੀਂ ਹੈ। ਦੇਖੋ ਕਿੱਡੀ ਵੱਡੀ ਗੱਲ ਹੈ। ਇਹ ਨਹੀਂ ਕਿਹਾ ਕਿ ਹੁਣ ਨਕੰਮਾ ਬਣ ਗਿਆ, ਤੂੰ ਕਿਸੇ ਕੰਮ ਦਾ ਨਹੀਂ, ਤੂੰ ਨਰਕਾਂ 'ਚ ਜਾਏਗਾ, ਤੇਰਾ ਬਣਨਾ ਕੁਝ ਨਹੀਂ। ਇਹੀ ਕੁਝ ਹੈ ਨਾ ਧਰਮ ਦੀ ਦੁਨੀਆ 'ਚ, ਕਿ ਤੇਰਾ ਕੁਝ ਨਹੀਂ ਬਣਨਾ, ਤੂੰ ਤੇ ਹੁਣ ਨਰਕਾਂ 'ਚ ਹੀ ਧੱਕੇ ਖਾ। ਗੁਰਬਾਣੀ ਨੇ ਇਹ ਗੱਲ ਨਹੀਂ ਕਹੀ। ਗੁਰਬਾਣੀ ਕਹਿੰਦੀ ਠੀਕ ਹੈ, ਸਾਡਾ ਮਨ ਸੜ ਕੇ ਵਿਕਾਰਾਂ 'ਚ, ਔਗਣਾਂ 'ਚ, ਬੁਰਾਈਆਂ 'ਚ ਨਕੰਮਾ ਹੋ ਗਿਆ, ਪਰ ਘਬਰਾਉਣ ਦੀ ਲੋੜ ਨਹੀਂ ਹੈ। ਭਿਆ ਮਨੂਰ ਕੰਚਨ ਫਿਰ ਹੋਵੇ। ਇਹ ਹੁਣ ਲੋਹਾ ਹੀ ਨਹੀਂ, ਸੋਨਾ ਬਣ ਸਕਦਾ, ਸੋਨਾ ਬਣ ਸਕਦਾ। ਪਰ ਕਦੋਂ? ਜੇ ਗੁਰ ਮਿਲੇ ਤਨੇਹਾ। ਕਿੱਡੀ ਵੱਡੀ ਗੱਲ ਹੈ ਕਿ ਲੋਹਾ ਸੜ ਕੇ ਨਕੰਮਾ ਹੋ ਗਿਆ ਹੈ। ਸਤਿਗੁਰੂ ਜੀ ਕਹਿੰਦੇ ਘਬਰਾਓ ਨਾ, ਇਹ ਤੇ ਨਕੰਮਾ ਲੋਹਾ ਵੀ ਸੋਨਾ ਬਣ ਸਕਦਾ ਜੇ ਜ਼ਿੰਦਗੀ 'ਚ ਗੁਰੂ ਮਿਲ ਪਏ। ਸਤਿਗੁਰੂ ਸਾਹਿਬ ਜੀ ਕਹਿੰਦੇ ਤੁਸੀਂ ਲੁੱਟੇ ਗਏ ਜ਼ਿੰਦਗੀ ਅੰਦਰ, ਤੁਹਾਡੇ ਅੰਦਰੋਂ ਖਜ਼ਾਨਾ ਲੁੱਟਿਆ ਗਿਆ, ਅਸੀਂ ਬਰਬਾਦ ਹੋ ਗਏ, ਪਰ ਘਬਰਾਉਣ ਦੀ ਲੋੜ ਨਹੀਂ ਹੈ। ਅਸੀਂ ਫਿਰ ਅਮੀਰ ਬਣ ਸਕਦੇ ਹਾਂ। ਕਦੋਂ ਬਣ ਸਕਦੇ ਹਾਂ? ਜੇ ਫਿਰ ਆਪਾਂ ਗੁਰੂ ਕੇ ਉਪਦੇਸ਼ ਰਾਹੀਂ ਪਰਮਾਤਮਾ ਦੇ ਪਿਆਰ ਵਿੱਚ ਆ ਜਾਈਏ, ਅਮੀਰ ਬਣ ਸਕਦੇ ਹਾਂ। ਗੁਰੂ ਗ੍ਰੰਥ ਸਾਹਿਬ ਜੀ ਨੇ ਹਰ ਮਨੁੱਖ ਨੂੰ ਇੱਕ ਬੜੀ ਉੱਚੀ ਸੋਚ ਦਿੱਤੀ ਹੈ, ਬੜੀ ਉਸਾਰੂ ਸੋਚ ਦਿੱਤੀ ਕਿ ਘਬਰਾਉਣ ਦੀ ਲੋੜ ਨਹੀਂ ਜ਼ਿੰਦਗੀ 'ਚ। ਕੋਈ ਬਾਲਕ ਹੈ, ਕੋਈ ਜਵਾਨ ਹੈ, ਕੋਈ ਬਿਰਧ ਹੈ, ਕੋਈ ਗਰੀਬ ਹੈ, ਕੋਈ ਅਮੀਰ ਹੈ, ਕੋਈ ਰਾਜਾ ਹੈ, ਕੋਈ ਰੰਕ ਹੈ, ਕੋਈ ਪਾਪੀ ਹੈ, ਕੋਈ ਪੁੰਨੀ ਹੈ। ਹਰ ਮਨੁੱਖ ਦੀ ਗੱਲ ਦੇਖੋ ਨਾ, ਇਹਦੋਂ ਵੱਡੀਆਂ ਉਦਾਹਰਣਾਂ ਕੀ ਹੋ ਸਕਦੀਆਂ ਨੇ। ਸਤਿਗੁਰੂ ਜੀ ਨੇ ਸਾਡੇ ਅੰਦਰ ਇੱਕ ਉੱਚੀ, ਜਿਹਨੂੰ ਕਹਿੰਦੇ ਪੋਜ਼ਿਟਿਵ ਸੋਚ ਪੈਦਾ ਕਰਨ ਦੇ ਲਈ, ਜ਼ਿਆਦਾਤਰ ਧਰਮ ਦੀ ਦੁਨੀਆ 'ਚ ਡਰਾਇਆ ਹੀ ਗਿਆ। ਤੁਸੀਂ ਇਹ ਕੀਤਾ, ਰੱਬ ਤੁਹਾਨੂੰ ਮਾਫ ਨਹੀਂ ਕਰੇਗਾ, ਇਹੀ ਕੁਝ ਨਾ, ਰੱਬ ਤੁਹਾਨੂੰ ਮਾਫ ਨਹੀਂ ਕਰੇਗਾ। ਦੇਖੋ ਰੱਬ ਤੁਹਾਨੂੰ ਬੜੀ ਤਗੜੀ ਸਜ਼ਾ ਦੇਵੇਗਾ, ਰੱਬ ਤੁਹਾਨੂੰ ਨਰਕਾਂ ਦੀ ਅੱਗ ਸਾੜੇਗਾ। ਰੱਬ ਨੂੰ ਤੇ ਐਵੇਂ ਪੇਸ਼ ਕਰਦੇ ਜਿਵੇਂ ਰੱਬ ਥਾਣੇਦਾਰ ਹੁੰਦਾ। ਰੱਬ ਨੂੰ ਤੇ ਇਹੋ ਜਿਹਾ ਜ਼ਾਲਮ ਜਿਹਾ ਬਣਾ ਕੇ ਪੇਸ਼ ਕਰਦੇ ਨੇ। ਰੱਬ ਸਾਡਾ ਮਾਂ ਪਿਓ ਹੈ, ਰੱਬ ਸਾਡਾ ਮਾਂ ਪਿਓ ਹੈ। ਕੋਈ ਮਾਂ ਪਿਓ ਆਪਣੇ ਬੱਚਿਆਂ ਦੀ ਗਲਤੀ ਦੇਖ ਕੇ ਉਹਨਾਂ ਨੂੰ ਅੱਗ 'ਚ ਸਾੜਦਾ ਭਲਾ? ਮਾਂ ਪਿਓ ਤੇ ਸਗੋਂ ਨੂੰ ਹੋਰ ਗਲੇ ਨਾਲ ਲਗਾ ਕੇ ਉਹਨੂੰ ਸਮਝਾਉਂਦਾ, ਬੇਟਾ ਇਹ ਕੰਮ ਅੱਗੇ ਤੋਂ ਨਹੀਂ ਕਰਨਾ, ਚੱਲ ਤੂੰ ਇੱਧਰ ਨੂੰ ਤੁਰ। ਹਾਲਾਂਕਿ ਦੁਨਿਆਵੀ ਮਾਂ ਪਿਓ ਰੱਬ ਵਰਗੇ ਮਾਂ ਪਿਓ ਹੈ ਹੀ ਨਹੀਂ। ਦੁਨਿਆਵੀ ਮਾਂ ਪਿਓ 'ਚ ਕਈ ਕਮੀਆਂ ਹੋ ਸਕਦੀਆਂ ਨੇ, ਤਰੁੱਟੀਆਂ ਹੋ ਸਕਦੀਆਂ ਨੇ। ਮਾਂ ਪਿਓ ਹਰ ਕੋਈ ਬੱਚਿਆਂ ਨੂੰ ਬੜੇ ਪਿਆਰ ਨਾਲ ਪਾਲਦਾ ਹੈ, ਪਰ ਫਿਰ ਵੀ ਅਸੀਂ ਰੱਬ ਵਰਗੇ ਮਾਂ ਪਿਓ ਨਹੀਂ ਬਣ ਸਕਦੇ। ਰੱਬ ਇੰਨਾ ਦਿਆਲੂ ਹੈ ਕਿ ਰੱਬ ਤੇ ਸਾਨੂੰ ਕਦੀ ਨਿਰਾਸ਼ ਹੋਣ ਹੀ ਨਹੀਂ ਦਿੰਦਾ। ਸਤਿਗੁਰੂ ਜੀ ਨੇ ਕਿੰਨੇ ਪਿਆਰੇ ਬਚਨ ਕਿਹਾ, ਪਰਮਾਤਮਾ ਦੇ ਪਿਆਰ ਜੁੜੋ। ਪਰਮਾਤਮਾ ਦੇ ਪਿਆਰ ਜੁੜੋਗੇ, ਅਟਲ ਭਿਓ ਧਰੂ ਜਾਕੈ ਸਿਮਰਨ ਆ ਨਿਰਭੈ ਪਦ ਪਾਇਆ। ਦੁੱਖ ਹਰਤਾ ਹੈ ਬਿਦ ਕੋ ਸਵਾਮੀ ਤੈ ਕਾਹੇ ਬਿਸਰਾਇਆ। ਅਜਾਮਲ ਪਾਪੀ ਜਗ ਜਾਣੇ। ਅੰਜਾਮਲ ਨੂੰ ਦੁਨੀਆ ਪਾਪੀ ਕਹਿੰਦੀ ਸੀ। ਇੱਕ ਪੰਡਤ ਸੀ, ਵਿਦਵਾਨ ਸੀ, ਗਲਤ ਰਾਏ ਪੈ ਗਿਆ। ਲੋਕਾਂ ਨੇ, ਸਮਾਜ ਨੇ ਇਸ ਨੂੰ ਛੇਕ ਦਿੱਤਾ, ਬਰਾਦਰੀ ਚੋਂ ਬਾਹਰ ਕੱਢ ਦਿੱਤਾ, ਜੰਗਲਾਂ 'ਚ ਰਹਿਣ ਲੱਗ ਪਿਆ। ਅਜਾਮਲ ਪਾਪੀ ਕਹਿ ਕੇ ਉਹਨੂੰ ਚੇਤੇ ਕਰਦੇ ਸਨ ਲੋਕ। ਸਤਿਗੁਰੂ ਜੀ ਕਹਿੰਦੇ ਅਜਾਮਲ ਪਾਪੀ ਜਗ ਜਾਣੇ। ਅਜਾਮਲ ਪਾਪੀ ਸੀ, ਦੁਨੀਆ ਜਾਣਦੀ, ਪਰ ਨਿਮਖ ਮਾਹੇ ਨਿਸਤਾਰਾ।
ਜਦੋਂ ਉਹਨੇ ਆਪਣੀਆਂ ਗਲਤੀਆਂ ਨੂੰ ਸਵੀਕਾਰ ਕਰ ਲਿਆ, ਪਰਮਾਤਮਾ ਦੇ ਪਿਆਰ ਜਿਹੜੇ ਇੱਕ ਛਿਨ 'ਚ ਉਹਦਾ ਪਾਰ ਉਤਾਰਾ ਹੋਇਆ ਗਿਆ। ਇੱਥੇ ਬਸ ਨਹੀਂ ਹੈ, ਗਨਕਾ ਪਾਪਣ ਹੋਏ ਕਿ ਪਾਪਾਂ ਕਾ ਗਲ ਹਾਰ ਪਰੋਤਾ। ਗਨਕਾ ਇੱਕ ਪਾਪਣ ਵਿਹਾਰ ਵਾਲੀ ਇੱਕ ਇਸਤਰੀ ਸੀ, ਜ਼ਿੰਦਗੀ 'ਚ ਡਿੱਗੇ ਅਚਾਰ ਵਾਲੀ ਇਸਤਰੀ ਸੀ। ਪਰ ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਬਚਨ ਕਹਿਣ ਕਿ ਗਨਕਾ ਕਿੰਨੀ ਵਾਹਿਗੁਰੂ ਜੀ ਦਾ ਸਿਮਰਨ ਕਰਕੇ ਮਹਾਨ ਬਣ ਗਈ। ਇਹ ਸਾਰੀਆਂ ਗੱਲਾਂ ਸਤਿਗੁਰੂ ਜੀ ਨੇ ਮਿਥਿਆਸ ਜਗਤ ਵਿੱਚੋਂ ਸਾਡੇ ਅੰਦਰ ਹੌਸਲਾ ਪੈਦਾ ਕਰਨ ਲਈ ਦਿੱਤੀਆਂ ਨੇ ਕਿ ਠੀਕ ਹੈ, ਅਸੀਂ ਜ਼ਿੰਦਗੀ 'ਚ ਭੁੱਲਣਹਾਰ ਹਾਂ, ਹਰ ਮਨੁੱਖ ਭੁੱਲਣਹਾਰ ਹੈ। ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਅਸੀਂ ਜ਼ਿੰਦਗੀ 'ਚ ਤਿਲਕ ਜਾਂਦੇ ਹਾਂ, ਮਾਇਆ ਦੀ ਤਿਲਕਣਬਾਜ਼ੀ ਹੈ, ਕੋਈ ਵੀ ਬੰਦਾ ਤਿਲਕ ਸਕਦਾ। ਪਰਮਾਤਮਾ ਕਦੀ ਨਾਰਾਜ਼ ਨਹੀਂ ਹੁੰਦਾ। ਇਹ ਸਾਡਾ ਸੁਭਾਅ ਹੈ। ਮਨੁੱਖ ਨੇ 99 ਕੰਮ ਵਧੀਆ ਕੀਤੇ ਹੋਣ ਨਾ, ਤੇ ਇੱਕ ਉਹਦੇ ਕੋਈ ਗਲਤੀ ਹੋ ਜਾਏ, ਫਿਰ ਕਹਿੰਦੇ ਬਣਾ ਲਓ ਮੂਵੀ, ਕਰ ਦਿਓ ਨਸ਼ਰੇ ਨੂੰ, ਬਸ ਐਂ ਛੰਡ ਕੇ ਰੱਖ ਦਿਓ। ਇਹ ਨਾ, ਰੋਟੀ ਖਾਣ ਜੋਗਾ ਨਹੀਂ ਰਹਿਣਾ ਚਾਹੀਦਾ। ਇਹ ਸਾਡਾ ਸੁਭਾਅ ਹੈ। ਬਾਹਰੋਂ ਅਸੀਂ ਗੁਰੂ ਦਾ ਸਰੂਪ ਧਾਰਨ ਕੀਤਾ ਹੈ, ਅੰਦਰ ਸਾਡੇ ਇੰਨੀ ਕੋਈ ਨਫ਼ਰਤ ਹੈ ਕਿ ਕਿਸੇ ਦਾ ਇੱਕ ਔਗਣ ਸਾਨੂੰ ਨਜ਼ਰ ਆ ਜਾਏ ਨਾ, ਅਸੀਂ ਕਹਿੰਦੇ ਬਸ ਹੁਣ ਨਹੀਂ, ਤੈਨੂੰ ਛੱਡ ਦੇ, ਤੈਨੂੰ ਉੱਥੇ ਰੱਖਾਂਗੇ ਜਿੱਥੇ ਤੈਨੂੰ ਰੋਟੀ ਨਾ ਮਿਲੇ। ਇਹ ਸਾਡਾ ਸੁਭਾਅ ਹੈ। ਪਰਮਾਤਮਾ ਦਾ ਇਹ ਸੁਭਾਅ ਨਹੀਂ ਹੈ। ਪਰਮਾਤਮਾ ਦੇ ਸੁਭਾਅ ਦੀ ਗੱਲ ਹੀ ਸਤਿਗੁਰੂ ਜੀ ਨੇ ਕੀਤੀ ਕਿ ਗਨਕਾ ਸੀ, ਲੇਕਿਨ ਉਹ ਗਨਕਾ ਜਿਹੜੀ ਵਾਹਿਗੁਰੂ ਦਾ ਸਿਮਰਨ ਕਰਕੇ ਕਿੰਨੀ ਮਹਾਨ ਬਣ ਗਈ। ਅਜਾਮਲ ਸੀ, ਉਹ ਪਰਮਾਤਮਾ ਨੂੰ ਚੇਤੇ ਕਰਕੇ ਕਿੰਨੇ ਕੁ ਵਿੱਚ ਉਹਦਾ ਪਾਰ ਉਤਾਰਾ ਹੋ ਗਿਆ। ਗੁਰਬਾਣੀ ਕਹਿੰਦੀ ਲੋਹਾ ਭਾਵੇਂ ਨਿਕੰਮਾ ਹੋ ਜਾਏ ਉਹ ਵੀ ਸੋਨਾ ਬਣ ਸਕਦਾ ਹੈ। ਜੇ ਆਪਾਂ ਜ਼ਿੰਦਗੀ ਅੰਦਰੋਂ ਲੁੱਟੇ ਹੀ ਗਏ ਹਾਂ, ਸਾਡੇ ਅੰਦਰੋਂ ਉਹ ਨਾਮ ਧਨ ਜਾਂ ਐਵੇਂ ਕਹਿ ਲਓ ਸ਼ੁਭ ਗੁਣਾਂ ਦਾ ਧਨ ਲੁੱਟਿਆ ਗਿਆ, ਤੇ ਨਿਰਾਸ਼ ਹੋਣ ਦੀ ਲੋੜ ਨਹੀਂ ਹੈ। ਸਤਿਗੁਰੂ ਜੀ ਕਹਿੰਦੇ ਨੇ ਅਮਰਾਪੁਰ ਬਾਸਾ ਕਰੋ ਹਰ ਗਿਆ ਬਹੋਰੇ ਬਿਤ। ਬੰਦਿਆ, ਜੇ ਤੂੰ ਪ੍ਰਮਾਤਮਾ ਦੇ ਪਿਆਰ ਜੁੜੇ, ਤੂੰ ਤੇ ਜ਼ਿੰਦਗੀ 'ਚ ਫਿਰ ਅਮੀਰ ਬਣ ਸਕਦਾ। ਇੰਨਾ ਅਮੀਰ ਬਣ ਸਕਦਾ ਹੈ ਕਿ ਤੂੰ ਹੋਰ ਲੋਕਾਂ ਤੋਂ ਲੋਕ ਵੀ ਤੇਰੇ ਤੋਂ ਵਰਸਾਏ ਜਾ ਸਕਣਗੇ। ਬਹੁਤ ਸਾਰੀਆਂ ਉਦਾਹਰਨਾਂ ਨੇ। ਸੱਜਣ ਠੱਗ, ਜਿਹੜਾ ਜ਼ਿੰਦਗੀ 'ਚ ਇਹਦੋਂ ਵੱਡਾ ਕੀ ਹੋ ਸਕਦਾ ਬੰਦਾ ਕਾਤਲ ਕਿ ਧਰਮ ਦੀ ਦੁਨੀਆ 'ਚ ਧਾਰਮਿਕ ਲਿਬਾਸ ਪਾ ਕੇ ਉਹ ਏਡੇ ਵੱਡੇ ਜ਼ੁਲਮ ਕਰੇ। ਲੇਕਿਨ ਜਦ ਉਹਨੂੰ ਗੁਰੂ ਕੀ ਚਰਨ ਛੋਹ ਪ੍ਰਾਪਤ ਹੋਈ, ਗੁਰੂ ਕੇ ਬਚਨ ਉਹਦੀ ਸੁਰਤ ਵਿੱਚ ਵਸੇ, ਉਹ ਇੱਕ ਮਹਾਂਪੁਰਖ ਬਣ ਗਿਆ। ਉਹ ਸੱਜਣ ਦੀਆਂ ਉਹ ਗੱਲਾਂ ਤੇ ਅਸੀਂ ਚੇਤੇ ਕਰਦੇ ਹਾਂ, ਸੁਣਾਉਂਦੇ ਹਾਂ ਜਿਹੜੇ ਉਹਨੇ ਮਾੜੇ ਕੰਮ ਕੀਤੇ, ਲੇਕਿਨ ਕਾਸ਼ ਕਿਤੇ ਉਹਦੀਆਂ ਚੰਗੀਆਂ ਗੱਲਾਂ ਵੀ ਅਸੀਂ ਸੁਣਾਈਏ ਜਾਂ ਚੰਗਾ ਪੱਖ ਵੀ ਸੁਣਾਈਏ। ਸੱਜਣ ਦੀ ਉਹ ਧਰਮਸਾਲ ਗੁਰਦੁਆਰਾ ਬਣ ਗਈ, ਧਰਮ ਦਾ ਸਥਾਨ ਬਣ ਗਈ, ਆਪਣੇ ਇਲਾਕੇ ਦਾ ਸਭ ਤੋਂ ਵੱਡਾ ਪ੍ਰਚਾਰਕ ਬਣ ਗਿਆ ਸੱਜਣ ਜਿਹੜਾ ਸੀ, ਸੰਤ ਬਣ ਗਿਆ ਸੱਜਣ। ਇਹ ਪੱਖ ਨਹੀਂ ਅਸੀਂ ਦੱਸਦੇ, ਅਸੀਂ ਕੇਵਲ ਉਹਦਾ ਠੱਗੀਆਂ ਵਾਲਾ ਪੱਖ ਹੀ ਚੇਤੇ ਕਰਦੇ ਹਾਂ। ਇੱਕ ਸੱਜਣ ਜਿਹੜਾ ਸੀ ਇੱਕ ਨਿਮਖ ਵਿੱਚ ਸੰਤ ਬਣ ਗਿਆ। ਭੂਮੀਆਂ ਜਿਹੜਾ ਸੀ ਇੱਕ ਨਿਮਖ ਵਿੱਚ ਪ੍ਰਚਾਰਕ ਬਣ ਗਿਆ ਸਿੱਖੀ ਦਾ। ਬਾਬਾ ਬਿਧੀ ਚੰਦ ਜੀ, ਜਿਨ੍ਹਾਂ ਨੂੰ ਆਪਾਂ ਕਹਿੰਦੇ ਵੀ ਤੇ ਮੱਝਾਂ ਹੀ ਚੋਰੀ ਕਰਦੇ ਸਨ, ਚੋਰ ਸਨ ਪਹਿਲਾਂ, ਪਰ ਗੁਰੂ ਕੀ ਸੰਗਤ ਮਿਲੀ, ਮਹਾਨ ਜਰਨੈਲ ਬਣ ਗਏ, ਮਹਾਨ ਭਗਤ ਬਣ ਗਏ, ਔਰ ਸਿੱਖੀ ਦੇ ਵੱਡੇ ਪ੍ਰਚਾਰਕ ਬਣ ਗਏ। ਕਿੱਡੀ ਕਿੱਡੀ ਦੂਰ ਤੱਕ, ਉਹ ਯੂਪੀ ਤੱਕ ਜਾ ਕੇ ਇਹਨਾਂ ਨੇ ਸਿੱਖੀ ਦਾ ਪ੍ਰਚਾਰ ਕੀਤਾ। ਗੁਰਬਾਣੀ ਇਹ ਗੱਲ ਕਹਿੰਦੀ ਕਿ ਜ਼ਿੰਦਗੀ ਅੰਦਰ ਕਦੇ ਵੀ ਕਿਸੇ ਮਨੁੱਖ ਨੂੰ ਨਿਰਾਸ਼ ਹੋਣ ਦੀ ਲੋੜ ਨਹੀਂ ਹੈ। ਜ਼ਿੰਦਗੀ ਦੇ ਅੰਦਰ ਗੁਰੂ ਦਾ ਆਸਰਾ ਲੈ ਕੇ ਪ੍ਰਮਾਤਮਾ ਦੇ ਪਿਆਰ ਜੁੜੋਗੇ, ਸਤਿਗੁਰੂ ਸਾਹਿਬ ਜੀ ਕਹਿੰਦੇ ਤੁਸੀਂ ਧਨਵਾਨ ਬਣ ਜਾਓਗੇ। ਪਰ ਅੱਜ ਇਸ ਚੀਜ਼ ਨੂੰ ਅਸੀਂ ਧਨ ਸਮਝਦੇ, ਸਤਿਗੁਰੂ ਜੀ ਕਹਿੰਦੇ ਨਹੀਂ, ਅਸੀਂ ਜਦੋਂ ਹੋਰ ਨਹੀਂ ਪਾਸੀ ਲੱਗਦੇ, ਆਨ ਵਪਾਰ ਵਣਜ ਜੋ ਕਰੀਏ ਤੇ ਦੁੱਖ ਸਹਮ। ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਕਿ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਹੋਰ ਜਿੰਨੇ ਵਪਾਰ, ਜਿੰਨੇ ਵਣਜ ਅਸੀਂ ਕਰਦੇ ਹਾਂ ਨਾ, ਇਹ ਸਮਝੋ ਕਿ ਆਪਾਂ ਦੁੱਖਾਂ ਨੂੰ ਸਹੇੜ ਰਹੇ ਹਾਂ। ਸਾਡਾ ਦੁਨਿਆਵੀ ਵਣਜ ਵਪਾਰ ਕਰਨ ਦਾ ਅਧਿਕਾਰ ਹੈ। ਦੁਨਿਆਵੀ ਤੌਰ ਤੇ ਤਰੱਕੀ ਕਰਨਾ ਹਰ ਮਨੁੱਖ ਦਾ ਅਧਿਕਾਰ ਹੈ। ਉੱਚੇ ਉੱਠਣਾ ਮਨੁੱਖ ਦੇ ਅੰਦਰ ਪ੍ਰਮਾਤਮਾ ਨੇ ਭੁੱਖ ਰੱਖੀ ਹੈ ਔਰ ਹੁਗਣੀ ਚਾਹੀਦੀ ਹੈ। ਲੇਕਿਨ ਜੇ ਆਪਾਂ ਸੋਚੀਏ ਕਿ ਦੁਨਿਆਵੀ ਵਣਜ ਨਾਲ ਹੀ ਅਸੀਂ ਉੱਚੇ ਉੱਠ ਜਾਵਾਂਗੇ, ਮਹਾਨ ਬਣ ਜਾਵਾਂਗੇ, ਸਤਿਗੁਰੂ ਜੀ ਕਹਿੰਦੇ ਨਹੀਂ। ਇਹ ਜੋ ਕੁਝ ਇਕੱਲਾ ਦੁਨਿਆਵੀ ਅਸੀਂ ਕਰਦੇ ਰਹੇ, ਜਿੱਥੇ ਸਤਿਗੁਰੂ ਜੀ ਨੇ ਕਿਹਾ ਨਾ, ਉਦਮ ਕਰੇਂਦਿਆਂ ਜੀਓ ਤੂੰ ਕਮਾਵਦਿਆਂ ਸੁਖ ਪੁੰਚ। ਬੰਦਿਆ, ਉਦਮ ਕਰਕੇ ਜਿਓ, ਕਮਾਈ ਕਰਕੇ ਸੁਖ ਮਾਣ। ਚੰਗੀਆਂ ਲੋੜਾਂ, ਸੁੱਖ ਸਹੂਲਤਾਂ ਤੇਰੇ ਕੋਲ ਹੋਣੀਆਂ ਚਾਹੀਦੀਆਂ ਨੇ। ਪਰ ਜੇ ਤੂੰ ਕਹੇ ਕਿ ਵਪਾਰ ਵੀ ਵੱਡਾ ਹੋਏ ਤੇ ਚਿੰਤਾ ਕੋਈ ਨਾ ਹੋਏ, ਜੇ ਤੂੰ ਕਹੇ ਕਿ ਘਰ ਬਹੁਤ ਵੱਡਾ ਹੋਏ ਤੇ ਚਿੰਤਾ ਕੋਈ ਨਾ ਹੋਏ, ਜੇ ਤੂੰ ਕਹੇ ਕਿ ਦੁਨੀਆ ਦੀ ਧਨ ਦੌਲਤ ਬਹੁਤ ਹੋਵੇ ਤੇ ਚਿੰਤਾ ਕੋਈ ਨਾ ਹੋਏ, ਇਹ ਦੇਖੋ ਇਹ ਗੱਲ ਬਣਦੀ ਤੇ ਨਾ ਕਿ ਧਨ ਦੌਲਤ ਬਹੁਤ ਹੋਏ ਤੇ ਚਿੰਤਾ ਕੋਈ ਨਾ ਹੋਏ, ਜਾਂ ਵੱਡਾ ਰਾਜ ਭਾਗ ਹੋਏ ਤੇ ਚਿੰਤਾ ਕੋਈ ਨਾ ਹੋਏ। ਸਤਿਗੁਰੂ ਜੀ ਕਹਿੰਦੇ ਹੋ ਸਕਦਾ। ਜੇ ਤੂੰ ਕਹੇ ਕਿ ਸਭ ਕੁਝ ਹੁੰਦਿਆਂ ਹੋਇਆਂ ਚਿੰਤਾ ਕੋਈ ਨਾ ਹੋਏ, ਤੇ ਸਤਿਗੁਰੂ ਜੀ ਕਹਿੰਦੇ ਫਿਰ ਇਹ ਗੱਲ ਚੇਤੇ ਰੱਖੀ, ਤੇ ਆਏਂਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ। ਪਰਮਾਤਮਾ ਦੇ ਪਿਆਰ ਜੁੜ। ਪਰ ਜੇ ਪਰਮਾਤਮਾ ਨੂੰ ਤੂੰ ਛੱਡ ਦਿੱਤਾ, ਕੇਵਲ ਦੁਨਿਆਵੀ ਉਦਮ ਹੀ ਕਰਦਾ ਰਿਹਾ, ਤੇ ਸਤਿਗੁਰੂ ਜੀ ਕਹਿੰਦੇ ਆਨ ਵਪਾਰ ਵਣਜ ਜੋ ਕਰੀਏ
तेते दुख सहम। होर जिन्ने तू व्यापार करदा है ना, होर जो कुछ भी करदा है परमात्मा के नाम नूं त्याग के, वो समझ तू अपने दुख ही सहेड़ रहे हैं, ਉਹਦੇ 'ਚ ਉਲਝਣਾ 'ਚ ਪੈਂਦਾ ਜਾਏਗਾ, ਹੋਰ ਜੰਜਾਲ ਵਿੱਚ ਪੈਂਦਾ ਚਲਿਆ ਜਾਏਗਾ। ਸਤਿਗੁਰੂ ਜੀ ਨੇ ਅਖੀਰ ਤੇ ਬਚਨ ਕੇ ਨੇ, ਗੁਰ ਗੋਬਿੰਦ ਭਜਨ ਕੇ ਨਿਰਭੈ ਵਾਪਾਰੀ, ਹਰ ਰਾਸ ਨਾਨਕ ਰਾਮ ਨਾਮ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਜਿਹੜੇ ਪਰਮਾਤਮਾ ਦੇ ਭਜਨ ਦੇ ਵਪਾਰੀ ਨੇ, ਉਹ ਬੜੇ ਨਿਰਭਉ ਹੋ ਕੇ ਵਿਚਰਦੇ ਨੇ, ਨਿਰਭਉ ਹੋ ਕੇ। ਉਹ ਦੁਨਿਆਵੀ ਕੰਮ ਵੀ ਕਰਨਾ ਤੇ ਉਹਨਾਂ ਨੂੰ ਚਿੰਤਾ ਨਹੀਂ ਕੋਈ ਹੁੰਦੀ, ਦੁਨਿਆਵੀ ਕੰਮ ਵੀ ਕਰਦੇ ਨੇ। ਬੜੇ ਬੜੇ ਗੁਰੂ ਕੇ ਸਿੱਖ ਵਪਾਰੀ ਹੋਏ ਨੇ, ਭਾਈ ਮੱਖਣ ਸ਼ਾਹ ਜੀ ਲਵਾਣਾ, ਭਾਈ ਲੱਖੀ ਸ਼ਾਹ ਜੀ ਵਣਜਾਰਾ, ਭਾਈ ਮਨਸੁਖ ਜੀ, ਹੋਰ ਬੜੇ ਬੜੇ ਕਾਰੋਬਾਰ ਵਾਲੇ ਸਿੱਖ ਹੋਏ ਨੇ। ਸਿੱਖ ਦਾ ਅਰਥ ਇਹ ਨਹੀਂ ਹੈ ਕਿ ਉਹ ਦੁਨਿਆਵੀ ਕੰਮ ਨਾ ਕਰੇ। ਸਿੱਖ ਨੂੰ ਤੇ ਸਤਿਗੁਰੂ ਜੀ ਨੇ ਸਗੋਂ ਦੁਨਿਆਵੀ ਕਾਰੋਬਾਰ ਕਰਨ ਲਈ ਕਿਹਾ, ਗ੍ਰਸਤ ਵਿੱਚ ਰਹਿਣਾ, ਆਪਾਂ ਕਾਰੋਬਾਰ ਕਰਨੇ ਨੇ, ਪਰ ਕਾਰੋਬਾਰ ਕਰਦੇ ਆ ਉਸ ਪਰਮਾਤਮਾ ਨਾਲੋਂ ਨਹੀਂ ਟੁੱਟਣਾ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜੇ ਰੱਬ ਦੇ ਵਪਾਰੀ ਨੇ, ਪਰਮਾਤਮਾ ਦੇ ਪਿਆਰ ਜੁੜੇ ਵਪਾਰੀ ਨੇ, ਉਹ ਨਿਰਭਉ ਹੋ ਕੇ ਵਿਚਰਦੇ ਨੇ। ਉਹਨਾਂ ਨੂੰ ਪਤਾ ਹੈ ਕਿ ਮਿਹਨਤ ਕਰਨਾ ਸਾਡਾ ਹੱਕ ਹੈ, ਫਰਜ਼ ਹੈ, ਸਾਡੀ ਡਿਊਟੀ ਹੈ। ਬਾਕੀ ਅਗਲੀ ਗੱਲ ਜਿਹੜੀ ਉਹ ਪਰਮਾਤਮਾ ਦੇ ਹੱਥ ਵਿੱਚ ਹੈ, ਉਹਨਾਂ ਨੂੰ ਚਿੰਤਾ ਨਹੀਂ ਹੁੰਦੀ। ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਜਿਹੜੇ ਰੱਬ ਦੇ ਵਪਾਰੀ ਉਹ ਨਿਰਭੈ ਹੋ ਕੇ ਵਿਚਰਦੇ ਨੇ, ਕਿਉਂਕਿ ਹਰ ਰਾਸ ਨਾਨਕ ਰਾਮ ਨਾਮ। ਉਹਨਾਂ ਨੇ ਦੁਨਿਆਵੀ ਪਦਾਰਥ ਨੂੰ ਰਾਸ ਨਹੀਂ ਸਮਝਿਆ ਹੁੰਦਾ, ਇਹ ਤਾਂ ਆਪਣੀ ਡਿਊਟੀ ਕਰਦੇ ਨੇ। ਉਹ ਆਪਣੀ ਜ਼ਿੰਦਗੀ ਦੀ ਰਾਸ ਜਿਹੜੀ ਹੈ ਵਾਹਿਗੁਰੂ ਜੀ ਦੇ ਨਾਮ ਨੂੰ ਗਿਣਦੇ ਨੇ, ਆਪਣੀ ਜ਼ਿੰਦਗੀ ਦਾ ਲਾਹਾ ਜਿਹੜਾ ਉਹ ਨਾਮ ਨੂੰ ਗਿਣਦੇ ਨੇ। ਤੇ ਸਤਿਗੁਰੂ ਜੀ ਨੇ ਵੀ ਸਾਨੂੰ ਇਹ ਗੱਲ ਕਹੀ ਕਿ ਆਪਾਂ ਇਸ ਜ਼ਿੰਦਗੀ 'ਚ ਆਏ ਹਾਂ, ਇੱਥੋਂ ਲਾਹਾ ਖੱਟ ਕੇ ਜਾਈਏ। ਦੁਨਿਆਵੀ ਧਨ ਦੌਲਤ ਕਾਰੋਬਾਰ ਕਰਨੇ ਸਾਡੀ ਡਿਊਟੀ, ਹੱਕ ਹੈ, ਕਰਨੇ ਚਾਹੀਦੇ ਨੇ, ਪਰ ਇਹ ਲਾਹਾ ਨਹੀਂ ਹੈ। ਲਾਹਾ ਤੇ ਇਹ ਹੈ ਕਿ ਵੱਡਾ ਕਾਰੋਬਾਰ ਹੁੰਦੀ, ਅਸੀਂ ਕੋਈ ਵੱਡਾ ਪਰਉਪਕਾਰ ਕਰੀਏ, ਵੱਡੇ ਰੁਤਬੇ ਤੇ ਬੈਠ ਕੇ ਕੋਈ ਵੱਡਾ ਪਰਉਪਕਾਰ ਕਰੀਏ, ਦੁਖੀਆਂ ਦੀ ਬਾਂਹ ਫੜ ਲਈਏ, ਇਹ ਲਾਹਾ ਹੈ। ਇਹ ਨਹੀਂ ਕਿ ਮੈਂ ਵੱਡਾ ਕਾਰੋਬਾਰ ਕਰ ਲਿਆ, ਧਨ ਇਕੱਤਰ ਕਰ ਲਿਆ ਤੇ ਮੈਂ ਬੜਾ ਲਾਹਾ ਖੱਟ ਲਿਆ। ਸਤਿਗੁਰੂ ਸਾਹਿਬ ਜੀ ਕਹਿੰਦੇ ਲਾਹਾ ਲੈਣ ਲਈ ਆਏ ਹਾਂ, ਇਹਾਂ ਖਾਟ ਚਲੋ ਹਰ ਲਾਹਾ, ਆਗੇ ਬਸਣ ਸੁਹੇਲਾ। ਇੱਥੋਂ ਜ਼ਿੰਦਗੀ ਦਾ ਕੋਈ ਲਾਹਾ ਖੱਟ ਕੇ ਜਾਓਗੇ, ਅੱਗੇ ਵਸਣਾ ਸੁਹੇਲਾ ਹੋ ਜਾਏਗਾ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਆਸਾ ਦੀ ਵਾਰ ਰਾਹੀਂ ਇੱਕ ਤਾਂ ਦੇ ਬੜੀ ਪਿਆਰੀ ਪ੍ਰੇਰਣਾ ਕੀਤੀ, ਜਿਤ ਸੇਵੀਐ ਸੁਖ ਪਾਈਏ ਸੋ ਸਾਹਿਬ ਸਦਾ ਸੰਭਾਲੀਏ, ਜਿਤ ਕੀਤਾ ਪਾਈਏ ਆਪਣਾ ਸਕਾਲ ਬੁਰੀ ਕਿਉਂ ਘਾਲੀਏ, ਮੰਦਾ ਮੂਲ ਨਾ ਕੀਚਈ ਦੇ ਲੰਮੀ ਨਦਰ ਨਿਹਾਲੀਏ, ਜਿਤ ਸਾਹਿਬ ਨਾਲ ਨਾ ਹਾਰੀਏ ਤੇ ਵੇਹਾ ਪਾਛਾ ਢਾਲੀਏ, ਕਿਛ ਲਾਹੇ ਉਪਰ ਕਾਲੀਏ। ਅਸੀਂ ਜ਼ਿੰਦਗੀ ਦਾ ਇਹ ਪਾਸਾ ਗੇਮ ਇਸ ਤਰੀਕੇ ਨਾਲ ਖੇਡੀਏ ਕਿ ਅਸੀਂ ਵਾਹਿਗੁਰੂ ਜੀ ਦੀਆਂ ਨਜ਼ਰਾਂ 'ਚ ਹਾਰ ਕੇ ਨਾ ਜਾਈਏ, ਜ਼ਿੰਦਗੀ ਦੀ ਬਾਜੀ ਹਾਰ ਕੇ ਨਾ ਜਾਈਏ, ਜਿੱਤ ਕੇ ਜਾਈਏ। ਸਤਿਗੁਰੂ ਜੀ ਕਿਉਂਕਿ ਲਾਹੇਵੰਦਾ ਕਰਮ ਕਰੀਏ, ਜੇ ਅਸੀਂ ਲਾਹੇਵੰਦਾ ਕਰਮ ਕਰਾਂਗੇ ਨਿਰਭੈ ਹੋ ਕੇ ਵਿਚਰਾਂਗੇ। ਜਿਹੜੇ ਰੱਬ ਦੇ ਨਾਮ ਦੇ ਪਿਆਰ ਜੁੜ ਕੇ ਦੁਨੀਆ ਦੀ ਕਿਰਤ ਵਿਰਤ ਵੀ ਕਰਦੇ ਨੇ, ਉਹਨਾਂ ਨੂੰ ਕੋਈ ਚਿੰਤਾ ਨਹੀਂ ਹੈ। ਉਹਨਾਂ ਨੂੰ ਪਤਾ ਹੈ ਕਿ ਜਿੰਨੇ ਕਾਰੋਬਾਰ ਦਿੱਤਾ ਹੈ, ਜੇ ਚਲਿਆ ਗਿਆ ਉਹਦੀ ਮੌਜ ਹੈ, ਆ ਗਿਆ ਉਹਦੀ ਮੌਜ ਹੈ। ਇਸ ਕਰਕੇ ਜਦੋਂ ਅਸੀਂ ਸੋਚਦੇ ਕਿ ਅਸੀਂ ਕਾਰੋਬਾਰ ਬਣਾਏ ਨੇ, ਅਸੀਂ ਧਨ ਦੌਲਤ ਇਕੱਠੀ ਕੀਤੀ ਹੈ, ਤੇ ਸਾਨੂੰ ਚਿੰਤਾ ਰਹਿੰਦੀ ਕਿਤੇ ਚਲੀ ਨਾ ਜਾਏ, ਕਿਉਂਕਿ ਅਸੀਂ ਕੀਤੀ ਹੈ ਨਾ, ਚਿੰਤਾ ਤਾਂ ਲੱਗੀ ਰਹਿੰਦੀ ਹੈ। ਪਰ ਰੱਬ ਦੇ ਪਿਆਰੇ ਕਹਿੰਦੇ ਜੋ ਕੁਝ ਵੀ ਸਾਡੇ ਕੋਲ ਹੈ ਇਹ ਵਾਹਿਗੁਰੂ ਜੀ ਦੀ ਬਖਸ਼ਿਸ਼ ਹੈ, ਇਸ ਕਰਕੇ ਉਹ ਨਿਰਭੈ ਹੋ ਕੇ ਵਿਚਰਦੇ ਨੇ। ਸਭ ਤੋਂ ਵੱਡਾ ਧਨ ਹੈ ਸਾਡੇ ਅੰਦਰ ਪਰਮਾਤਮਾ ਦਾ ਵਿਸ਼ਵਾਸ, ਪਰਮਾਤਮਾ ਦਾ ਭਰੋਸਾ। ਜਦੋਂ ਪਰਮਾਤਮਾ ਦਾ ਭਰੋਸਾ ਆ ਜਾਂਦਾ ਹੈ, ਮਨੁੱਖ ਨੂੰ ਨਾ ਰਿਜ਼ਕ ਦੀ ਚਿੰਤਾ ਰਹਿੰਦੀ ਹੈ, ਮਨੁੱਖ ਨੂੰ ਨਾ ਮੌਤ ਦਾ ਕੋਈ ਡਰ ਰਹਿੰਦਾ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਅਬ ਮੋਏ ਧਨ ਪਾਇਓ ਹਰ ਨਾਮਾ। ਭਾਈ ਮੈਂ ਹੁਣ ਜ਼ਿੰਦਗੀ ਦੇ ਅੰਦਰ ਵਾਹਿਗੁਰੂ ਜੀ ਦੇ ਨਾਮ ਧਨ ਨੂੰ ਪ੍ਰਾਪਤ ਕਰ ਲਿਆ, ਇਹਨੂੰ ਪ੍ਰਾਪਤ ਕਰਕੇ ਮੈਂ ਚਿੰਤਾ ਤੋਂ ਰਹਿਤ ਹੋ ਗਿਆ ਹਾਂ, ਇਹਨੂੰ ਪ੍ਰਾਪਤ ਕਰਕੇ ਮੇਰੀ ਤ੍ਰਿਸ਼ਨਾ ਬੁਝ ਗਈ ਹੈ, ਇਹ ਹੁਣ ਮੇਰੇ ਮੱਥੇ ਦਾ ਇੱਕ ਲੇਖ ਬਣ ਗਿਆ ਹੈ। ਇਸ ਧਨ ਨੂੰ ਪ੍ਰਾਪਤ ਕਰਨ ਲਈ ਮੈਂ ਬਹੁਤ ਫਿਰਿਆ, ਇਸ ਧਨ ਨੂੰ ਪ੍ਰਾਪਤ ਕਰਨ ਲਈ ਦੁਨੀਆ ਬਹੁਤ ਫਿਰਦੀ ਹੈ, ਪਰ ਮੈਨੂੰ ਜਦੋਂ ਪਤਾ ਲੱਗਾ ਇਹ ਤਾਂ ਮੇਰੇ ਅੰਦਰ ਹੀ ਹੈ, ਮੈਂ ਬਾਹਰ ਭਟਕਦਾ ਰਿਹਾ। ਸਤਿਗੁਰੂ ਜੀ ਨੇ ਕਿਹਾ ਸੀ ਕਾਹੇ ਰੇ ਮਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ, ਪੋਹਪ ਮਦ ਜਿਉ ਬਾਸ ਬਸਤ ਹੈ ਮੁਕਰ ਮਾਈ, ਜੈਸੇ ਸ਼ਾਈ ਤੈਸੇ ਹੀ ਹਰ ਬਸੇ ਨਿਰੰਤਰ ਘਟ ਹੀ ਖੋਜੋ ਪਾਈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਸ ਮੁਖਵਾਕ ਦੇ ਰਾਹੀਂ ਉਸ ਵਾਹਿਗੁਰੂ ਜੀ ਦੇ ਨਾਮ ਧਨ ਦੀ ਗੱਲ ਚੇਤੇ ਕਰਾ ਕੇ ਕਿ ਜਦੋਂ ਗੁਰੂ ਮਿਹਰ ਕਰਦਾ ਹੈ ਨਾ, ਉਦੋਂ ਇਹ ਸਾਨੂੰ ਲਾਲ ਆਪਣੇ ਅੰਦਰ ਲੱਭ ਪੈਂਦਾ, ਇਸ ਧਨ ਦੇ ਅਸੀਂ ਵਪਾਰੀ ਬਣ ਜਾਂਦੇ ਹਾਂ। ਤੇ ਇਸ ਧਨ ਤੋਂ ਬਿਨਾਂ ਹੋਰ ਜੋ ਕੁਝ ਵੀ ਅਸੀਂ ਜੋੜਦੇ ਹਾਂ, ਇਕੱਤਰ ਕਰਦੇ ਹਾਂ, ਉਹ ਸਾਨੂੰ ਦੁੱਖਾਂ ਤੋਂ ਰਹਿਤ ਨਹੀਂ ਕਰ ਸਕਦਾ। ਸਾਡੀਆਂ ਲੋੜਾਂ ਤਾਂ ਪੂਰੀਆਂ ਕਰ ਸਕਦਾ ਦੁਨਿਆਵੀ, ਪਰ ਸਾਨੂੰ ਦੁੱਖਾਂ ਤੋਂ ਰਹਿਤ ਨਹੀਂ ਕਰ ਸਕਦਾ। ਹਾਂ,
ਜਿਹੜੇ ਗੋਬਿੰਦ ਦੇ ਵਪਾਰੀ ਨੇ, ਨਾਮ ਦੇ ਵਪਾਰੀ ਨੇ। ਸਤਿਗੁਰੂ ਜੀ ਕਹਿੰਦੇ ਉਹ ਨਿਰਭੈ ਹੋ ਕੇ ਵਿਚਰਦੇ ਨੇ। ਇਹੀ ਸਾਡੀ ਜ਼ਿੰਦਗੀ ਦੀ ਰਾਸ ਹੈ। ਸਤਿਗੁਰੂ ਜੀ ਦਾ ਬਚਨ ਹੈ ਕਿ ਪ੍ਰਭ ਕੋ ਸਿਮਰੈ ਸੇ ਧਨਵੰਤੇ, ਪ੍ਰਭ ਕੋ ਸਿਮਰੈ ਸੇ ਪਤਵੰਤੇ। ਉਹ ਧਨਵੰਤ ਕੁਲਵੰਤ ਪਤਵੰਤ, ਜੀਵਨ ਮੋਖ ਜੀ ਹਿਰਦੈ ਭਗਵੰਤ। ਗੁਰੂ ਚਰਨਾਂ 'ਚ ਅਰਦਾਸ ਕਰੀਏ। ਸਤਿਗੁਰੂ ਜੀ ਨੇ ਜਿੱਥੇ ਸਾਨੂੰ ਦੁਨਿਆਵੀ ਤੌਰ 'ਤੇ ਕਿਰਤ ਵਿਰਤ ਲਈ ਕਾਰੋਬਾਰ ਦਿੱਤੇ ਨੇ, ਉਹਦਾ ਧੰਨਵਾਦ ਹੈ। ਉੱਥੇ ਇਹਦੇ ਨਾਲ ਨਾਲ ਅਸੀਂ ਨਾਮ ਧਨ ਦੇ ਵਪਾਰੀ ਬਣੀਏ। ਸਤ ਸੰਗਤ ਰਾਹੀਂ, ਗੁਰੂ ਕੀ ਬਾਣੀ ਰਾਹੀਂ ਪਰਮਾਤਮਾ ਦੇ ਪਿਆਰ ਵਿੱਚ ਜੁੜਾਂਗੇ। ਉਹ ਪਰਮਾਤਮਾ ਦਾ ਭਰੋਸਾ, ਪਰਮਾਤਮਾ ਦਾ ਵਿਸ਼ਵਾਸ ਸਾਡੇ ਅੰਦਰ ਪੈਦਾ ਹੋਏਗਾ। ਇਹ ਅਸਲੀ ਧਨ ਹੈ, ਇਹ ਸਾਡਾ ਅਸਲੀ ਰਾਸ ਹੈ। ਇਹ ਰਾਸ ਨਹੀਂ ਸਾਡਾ ਸਾਥ ਦੇਣਾ ਹੈ। ਸਾਥ ਨਾ ਚਾਲੇ ਬਿਨ ਭਜਨ, ਵਿਖਿਆ ਸਗਲੀ ਸ਼ਾਰ। ਹਰ ਹਰ ਨਾਮ ਕਮਾਵਣਾ, ਨਾਨਕ ਇਹ ਤਨਸਾਰ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਭੁੱਲ ਚੁੱਕ ਦੀ ਖਿਮਾ। ਸਤਿਗੁਰ ਸੱਚੇ ਪਾਤਸ਼ਾਹ ਜੀ ਸਮੂਹ ਸੰਗਤਾਂ ਨੂੰ ਆਪਣੇ ਦਰੋਂ ਘਰੋਂ ਨਾਮ ਬਾਣੀ ਦਾ ਪਿਆਰ ਬਖਸ਼ਿਸ਼ ਕਰਨ ਜੀਓ। ਘਰਾਂ ਵਿੱਚ ਸੁਖ ਸ਼ਾਂਤੀ ਤੇ ਚੜ੍ਹਦੀ ਕਲਾ ਦੀ ਦਾਤ ਬਖਸ਼ਣ। ਪਿਆਰ ਸਹਿਤ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।